ਹੈਲੋ ਦੋਸਤੋ, ਮੈਂ ਅੱਜ ਤੁਹਾਡੇ ਨਾਲ ਇੱਕ ਇਹੋ ਜਿਹਾ ਬਿਜ਼ਨਸ ਪਲਾਨ ਸ਼ੇਅਰ ਕਰਨ ਆਈ ਹਾਂ ਜੋ ਤੁਹਾਨੂੰ ਕਸਟਮਰ ਤੋਂ ਬਿਜ਼ਨਸਮੈਨ ਬਣਾਊਗਾ। ਅੱਜ ਤੱਕ ਤੁਸੀਂ ਕਸਟਮਰ ਬਣੇ ਰਹੇ ਹੋ ਤੇ ਦੁਕਾਨਾਂ ਤੋਂ ਜਾ ਕੇ ਸਮਾਨ ਖਰੀਦਦੇ ਰਹੇ ਹੋ, ਤੁਹਾਨੂੰ ਇਸਤੇਮਾਲ ਕਰਦੇ ਰਹੇ ਹੋ ਤੇ ਕਈ ਪੁਸ਼ਤਾਂ ਤੁਹਾਡੀਆਂ ਸਮਾਨ ਇਸਤੇਮਾਲ ਕਰਦੇ ਹੀ ਬੀਤ ਗਈਆਂ। ਕੀ ਤੁਹਾਨੂੰ ਇਹੋ ਜਿਹੇ ਕਿਸੇ ਬਿਜ਼ਨਸ ਬਾਰੇ ਪਤਾ ਹੈ ਜਿੱਥੇ ਕਸਟਮਰ ਤੋਂ ਮਾਲਕ ਬਣਾਉਣ ਦਾ ਰਾਸਤਾ ਦੱਸਿਆ ਜਾਏ? ਤੇ ਅੱਜ ਮੈਂ ਤੁਹਾਡੇ ਨਾਲ ਇਹੋ ਜਿਹਾ ਹੀ ਇੱਕ ਬਿਜ਼ਨਸ ਸ਼ੇਅਰ ਕਰਨ ਵਾਲੀ ਹਾਂ ਜਿਸ ਨੂੰ 21ਵੀਂ ਸ਼ਤਾਬਦੀ ਦਾ ਬਿਜ਼ਨਸ ਕਿਹਾ ਜਾਂਦਾ ਹੈ। ਵੈਸੇ ਤਾਂ ਤੁਸੀਂ ਬਿਜ਼ਨਸ ਦਾ ਨਾਮ ਸੁਣਦੇ ਦਿਮਾਗ ਤੇ ਆਉਂਦਾ ਹੈ ਬਹੁਤ ਵੱਡਾ ਪੈਸਾ ਚਾਹੀਦਾ ਅਗਰ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ, ਪਰ ਮੈਂ ਤੁਹਾਡੇ ਨਾਲ ਇਹੋ ਜਿਹੇ ਬਿਜ਼ਨਸ ਦੀ ਗੱਲ ਕਰਾਂਗੀ ਜਿਹਦੇ ਤੇ ਤੁਹਾਡਾ ਕੋਈ ਖਰਚ ਵੀ ਨਹੀਂ ਹੋਊਗਾ। ਸਿਰਫ ਇੱਕ ਤੁਹਾਡਾ ਮਾਈਂਡਸੈਟ, ਇੱਕ ਦੁਕਾਨ ਬਦਲਣ ਦਾ ਤੁਹਾਡਾ ਇੱਕ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਤੇ ਤੁਹਾਨੂੰ ਪੁਸ਼ਤਾਂ ਨੂੰ ਤੁਹਾਡੇ ਨਾਲ ਤੁਹਾਡੀ ਪੁਸ਼ਤਾਂ ਨੂੰ ਵੀ ਇਨਕਮ ਦਿਲਵਾ ਸਕਦਾ ਹੈ। ਕੀ ਤੁਸੀਂ ਇਹੋ ਜਿਹਾ ਬਿਜ਼ਨਸ ਜਾਣਨਾ ਚਾਹੁੰਦੇ ਹੋ? ਜੀ ਹਾਂ, ਅੱਜ ਆਪਾਂ ਗੱਲ ਕਰਾਂਗੇ ਨੈਟਵਰਕ ਮਾਰਕੀਟਿੰਗ ਬਿਜ਼ਨਸ ਦੀ। ਆਖਿਰ ਨੈਟਵਰਕ ਮਾਰਕੀਟਿੰਗ ਬਿਜ਼ਨਸ ਹੈ ਕਿ ਜਿਹਦੀ ਗੱਲ ਅਸਾਂ ਤੁਹਾਡੇ ਨਾਲ ਅੱਜ ਕਰ ਰਹੇ ਹਾਂ। ਜੀ ਹਾਂ, ਆਪਾਂ ਹਾਂ ਕਸਟਮਰ। ਆਪਾਂ ਸਾਰਾ ਦਿਨ ਸਵੇਰੇ ਤੋਂ ਸ਼ਾਮ ਤੱਕ ਬਹੁਤ ਸਾਰਾ ਸਾਮਾਨ ਇਸਤੇਮਾਲ ਕਰਦੇ ਹਾਂ। ਅਗਰ ਮੈਂ ਕੁਝ ਸਾਮਾਨ ਦਾ ਨਾਮ ਲਵਾਂ ਤੇ ਸੋ ਕੇ ਜਦੋਂ ਹੀ ਆਪਾਂ ਉੱਠਦੇ ਹਾਂ ਬਿਨਾਂ ਚਾਹ ਦੀ ਪਿਆਲੀ ਦੇ ਸਾਡਾ ਦਿਨ ਸ਼ੁਰੂਆਤ ਨਹੀਂ ਹੁੰਦੀ ਹੈ। ਫਿਰ ਆਪਾਂ किचन ਤੇ ਬਹੁਤ ਸਾਰੇ ਸਾਮਾਨ ਇਸਤੇਮਾਲ ਕਰਦੇ ਹਾਂ, ਬਾਥਰੂਮ ਤੇ ਬਹੁਤ ਸਾਰਾ ਸਾਮਾਨ ਇਸਤੇਮਾਲ ਕਰਦੇ ਹਾਂ, ਘਰ ਦੀ ਸਾਫ ਸਫਾਈ ਤੇ ਬਹੁਤ ਸਾਮਾਨ ਇਸਤੇਮਾਲ ਕਰਦੇ ਹਾਂ ਤੇ ਅਸੀਂ ਆਪਣੇ ਆਪ ਨੂੰ ਸੋਹਣਾ ਬਣਾਉਣ ਲਈ ਵੀ ਬਹੁਤ ਸਾਰਾ ਸਾਮਾਨ ਇਸਤੇਮਾਲ ਕਰਦੇ ਹਾਂ। ਅਗਰ ਦੇਖਿਆ ਜਾਏ ਤੇ ਆਪਾਂ ਕਸਟਮਰ ਹਾਂ। ਕੀ ਸਾਨੂੰ ਇਹੋ ਜਿਹਾ ਕੋਈ ਬਿਜ਼ਨਸ ਪਤਾ ਹੈ ਕਿ ਕਸਟਮਰ ਤੋਂ ਮਾਲਕ ਬਣਿਆ ਜਾ ਸਕੇ ਤੇ ਪੁਸ਼ਤਾਂ ਇਸ ਤੋਂ ਇਨਕਮ ਲੈ ਸਕਦੀ ਹੈ? ਜੀ ਹਾਂ, ਅੱਜ ਮੈਂ ਤੁਹਾਡੇ ਨਾਲ ਇਹੋ ਜਿਹਾ ਹੀ ਬਿਜ਼ਨਸ ਪਲਾਨ ਸ਼ੇਅਰ ਕਰਨ ਵਾਲੀ ਹਾਂ ਤੇ ਆਓ ਦੇਖਦੇ ਹਾਂ ਉਹ ਪਲਾਨ। ਤੇ ਤੁਸੀਂ ਦੇਖ ਰਹੇ ਹੋ ਵੇ ਆਫ ਅਰਨਿੰਗ ਇਨਕਮ। ਪੈਸਾ ਕਮਾਉਣ ਦੇ ਚਾਰ ਹੀ ਸਾਧਨ ਅੱਜ ਤੱਕ ਦੇਖੇ ਗਏ ਨੇ ਕਿ ਤੁਸੀਂ ਪੈਸਾ ਕਿਹੜੇ ਕਿਹੜੇ ਸਾਧਨਾਂ ਤੋਂ ਕਮਾਉਂਦੇ ਹੋ। ਅੱਜ ਤੱਕ ਤੁਸੀਂ ਦੇਖਿਆ ਹੋਣਾ ਕਿ ਅਗਰ ਬਹੁਤ ਆਪਾਂ ਪੜ੍ਹੇ ਲਿਖੇ ਹਾਂ ਤੇ ਜੌਬ ਕਰਾਂਗੇ, ਜੌਬ ਤੋਂ ਪੈਸਾ ਕਮਾਵਾਂਗੇ। ਦੂਜਾ, ਅਗਰ ਤੁਹਾਡੇ ਵਿੱਚ ਹੱਥਾਂ ਦਾ ਹੁਨਰ ਹੈ, ਅਗਰ ਤੁਸੀਂ ਡਾਕਟਰ ਹੋ, ਅਗਰ ਤੁਸੀਂ ਇੰਜੀਨੀਅਰ ਹੋ, ਜਾਂ ਤੁਹਾਨੂੰ ਸਿਲਾਈ ਕਢਾਈ ਕਰਨੀ ਕੁਝ ਆਂਦੀ ਹੈ, ਜਾਂ ਉਸ ਤੋਂ ਇਲਾਵਾ ਤੁਸੀਂ ਵਕੀਲ ਹੋ ਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਆ ਦੋ ਕੈਟੇਗਰੀ, ਇੰਪਲੋਏ ਤੇ ਸੈਲਫ ਇੰਪਲੋਇਡ। ਤੇ ਇਹਦੀ ਤੀਜੀ ਕੈਟੇਗਰੀ ਆਂਦੀ ਹੈ ਬਿਜ਼ਨਸ ਓਨਰ ਤੇ ਚੌਥੀ ਕੈਟੇਗਰੀ ਆਂਦੀ ਇਨਵੈਸਟਰਸ। ਅਗਰ ਮੈਂ ਦੋ ਕੈਟੇਗਰੀ ਦੀ ਗੱਲ ਕਰਾਂ, ਇੰਪਲੋਏ ਤੇ ਸੈਲਫ ਇੰਪਲੋਇਡ। ਇੰਪਲੋਏ ਤੇ ਜਦੋਂ ਆਪਾਂ ਜੌਬ ਕਰਦੇ ਆ ਤੇ ਕਿਤੇ ਨਾ ਕਿਤੇ ਆਪਾਂ ਆਪਣੇ ਆਪ ਨੂੰ ਵੇਚ ਰਹੇ ਹੁੰਦੇ, ਆਪਣੇ ਟਾਈਮ ਨੂੰ ਵੇਚ ਰਹੇ ਹੁੰਦੇ ਤਾਂ ਉਹਨੂੰ ਵੇਚ ਕੇ ਆਪਾਂ ਪੈਸਾ ਕਮਾ ਰਹੇ ਹੁੰਦੇ। ਤੇ ਦੂਜੀ ਕੈਟੇਗਰੀ ਅਗਰ ਮੈਂ ਗੱਲ ਕਰਾਂ ਸੈਲਫ ਇੰਪਲੋਇਡ ਦੀ, ਅਗਰ ਤੁਹਾਡੇ ਹੱਥਾਂ ਤੇ ਕੋਈ ਹੁਨਰ ਹੈ ਤੇ ਤੁਸੀਂ ਆਪਣਾ ਕੋਈ ਕੰਮ ਖੋਲ ਲੈਂਦੇ ਹੋ ਜਾਂ ਛੋਟੀ ਜਿਹੀ ਦੁਕਾਨ ਖੋਲ ਲੈਂਦੇ ਹੋ ਜਾਂ ਆਪਣਾ ਕੋਈ ਕੰਮ ਕਰਨ ਲੱਗਦੇ ਹੋ। ਤੇ ਅਗਰ ਤੁਸੀਂ ਦੇਖੋਗੇ ਆਹ ਵਾਲੀ ਕੈਟੇਗਰੀ ਜਿਹੜੀ ਇੰਪਲੋਏ ਤੇ ਸੈਲਫ ਇੰਪਲੋਇਡ ਦੀ ਕੈਟੇਗਰੀ ਹੈਗੀ, ਇੰਨਾ ਤੁਹਾਨੂੰ ਜਾਣ ਕੇ ਦੋਸਤੋ ਹੈਰਾਨੀ ਹੋਏਗੀ ਕਿ ਇੰਪਲੋਏ ਤੇ ਸੈਲਫ ਇੰਪਲੋਏ ਮਤਲਬ ਨੌਕਰੀ ਕਰਨ ਵਾਲੇ ਤੇ ਆਪਣਾ ਕੰਮ ਕਰਨ ਵਾਲੇ ਜਿਹੜੇ ਲੋਕਾਂ ਦੀ ਸੰਖਿਆ ਹੈ 95% ਹੈਗੀ ਆ। ਪਰ ਇੰਨਾ ਕੋ ਅਗਰ ਦੇਖਿਆ ਜਾਏ ਤੇ ਦੁਨੀਆ ਦਾ ਸਿਰਫ 5% ਪੈਸਾ ਹੀ ਇੰਨਾ ਲੋਕਾਂ ਕੋਲ ਹੈਗਾ ਹੈ। ਪਰ ਇਹ ਦੋ ਕੈਟੇਗਰੀ ਦੀ ਜਿਹੜੀ ਖਾਸ ਗੱਲ ਹੈ ਕਿ ਇੰਪਲੋਏ ਤੇ ਸੈਲਫ ਇੰਪਲੋਏ ਦੀ, ਤੁਸੀਂ ਦੋਸਤੋ ਜਿਹੜਾ ਧਿਆਨ ਨਾਲ ਸੁਣੋ, ਜਦੋਂ ਇੱਕ ਬੰਦਾ ਘਰ ਵਿੱਚ ਨੌਕਰੀ ਕਰਦਾ ਹੈ ਤੇ ਉਹਦੇ ਘਰ ਦੀ ਉਹਦੀ ਇਨਕਮ ਉਹਦੇ ਕੰਮ ਕਰਨ ਤੇ ਡਿਪੈਂਡ ਕਰਦੀ ਹੈ। ਅਗਰ ਉਹ ਕੰਮ ਕਰੂਗਾ ਤਾਂ ਪੈਸਾ ਆਊਗਾ, ਅਗਰ ਕੰਮ ਨਹੀਂ ਕਰੂਗਾ ਤਾਂ ਪੈਸਾ ਨਹੀਂ ਆਏਗਾ। ਉਵੇਂ ਹੀ ਅਗਰ ਆਪਾਂ ਦੇਖੀਏ ਤੇ ਸੈਲਫ ਇੰਪਲੋਇਡ ਦੀ ਗੱਲ ਕਰੀਏ, ਜਿਹੜਾ ਬੰਦਾ ਖੁਦ ਦਾ ਕੰਮ ਕਰਦਾ ਹੈ, ਅਗਰ ਉਸਨੇ ਕੰਮ ਆਪਣਾ ਕੋਈ ਸ਼ੁਰੂ ਕੀਤਾ ਹੈ ਤੇ ਉਹ ਵੀ ਕੱਲਾ ਹੀ ਹੁੰਦਾ ਹੈ ਜਦੋਂ ਉਹ ਕੰਮ ਕਰ ਰਿਹਾ ਹੁੰਦਾ ਹੈ। ਅਗਰ ਉਹ ਕੰਮ ਕਰੇਗਾ ਤੇ ਪੈਸਾ ਆਏਗਾ, ਅਗਰ ਕੰਮ ਨਹੀਂ ਕਰੇਗਾ ਤੇ ਪੈਸਾ ਨਹੀਂ ਆਏਗਾ। ਤੁਹਾਨੂੰ ਜਾਣ ਕੇ ਦੋਸਤੋ ਬੜੀ ਹੈਰਾਨੀ ਹੋਏਗੀ ਕਿ 95% ਲੋਕ ਇੰਪਲੋਏ ਤੇ ਸੈਲਫ ਇੰਪਲੋਇਡ ਹੁੰਦੇ ਹਨ, ਪਰ ਇਹਨਾਂ ਕੋਲ ਦੁਨੀਆ ਦਾ ਸਿਰਫ 5% ਪੈਸਾ ਹੀ ਹੁੰਦਾ ਹੈ। ਆਓ ਆਪਾਂ ਦੂਜੀ ਕੈਟੇਗਰੀ ਦੀ ਗੱਲ ਕਰੀਏ, ਬਿਜ਼ਨਸ ਓਨਰ ਕੈਟੇਗਰੀ ਇਹਨੂੰ ਕਿਹਾ ਜਾਂਦਾ ਹੈ। ਬਿਜ਼ਨਸ ਓਨਰ ਕੈਟੇਗਰੀ ਜਿੱਥੇ ਅਸੀਂ ਆਪਣੇ ਮਾਲਕ ਖੁਦ ਹੁੰਦੇ ਆ ਤੇ ਇੱਥੇ ਮਤਲਬ ਪੈਸੇ ਤੋਂ ਪੈਸਾ ਬਣਾਇਆ ਜਾਂਦਾ ਹੈ। ਅਗਰ ਮੈਂ ਕਰੂੰ ਕਿ ਆ ਇੱਕ ਇਹੋ ਜਿਹੀ ਕੈਟੇਗਰੀ ਹੈ ਜਿੱਥੇ ਆ ਥੋੜਾ ਟਾਈਮ ਕੰਮ ਕਰਦੇ ਆ ਤੇ ਲੰਬੇ ਸਮੇਂ ਤੱਕ ਪੈਸਾ ਲੈਂਦੇ, ਜਦੋਂ ਤੱਕ ਆ ਜਿੰਦੇ ਰਹਿੰਦੇ ਆ ਉਦੋਂ ਤੱਕ ਪੈਸਾ ਲੈਂਦੇ, ਬਾਅਦ ਚ ਇਹਦੇ ਫੈਮਿਲੀ ਇਹਨਾਂ ਦੀਆਂ ਪੁਸ਼ਤਾ ਪੈਸਾ ਲੈਂਦੀਆਂ ਨੇ। ਅਗਰ ਮੈਂ ਇਸ ਤੋਂ ਅਗਲੀ ਦੂਜੀ ਕੈਟੇਗਰੀ ਦੀ ਗੱਲ ਕਰਾਂ, ਚੌਥੀ ਕੈਟੇਗਰੀ ਅਗਰ ਗੱਲ ਕਰਾਂ, ਉਹਦਾ ਨਾਮ ਹੈ ਇਨਵੈਸਟਰਸ। ਜਿਵੇਂ ਤੁਸੀਂ ਪੁਰਾਣੇ ਲੋਕਾਂ ਕੋ ਸੁਣਿਆ ਪੈਸੇ ਤੋਂ ਪੈਸਾ ਬਣਦਾ ਹੈ, ਪੈਸੇ ਤੋਂ ਪੈਸਾ ਬਣਦਾ ਹੈ, ਯਾਨੀ ਅਗਰ ਇਹਨਾਂ ਕੋ ਪੈਸਾ ਹੈ ਤੇ ਆ ਵੱਡੀ ਵੱਡੀ ਕੰਪਨੀਆਂ ਤੇ ਇਨਵੈਸਟ ਕਰ ਦਿੰਦੇ ਆ
ਤੇ ਪੁਸ਼ਤਾਂ ਤੱਕ ਵਿਆਜ ਖਾਂਦੇ ਰਹਿੰਦੇ ਹਨ। ਪਰ ਇਹਨਾਂ ਦੀ ਕੈਟੇਗਰੀ ਥੋੜਾ ਧਿਆਨ ਨਾਲ ਸੁਣੋ, ਆ ਜਿਹੜੇ ਬਿਜ਼ਨਸ ਓਨਰ ਤੇ ਇਨਵੈਸਟਰਸ ਹੁੰਦੇ ਆ ਨਾ, ਆ ਕੁਝ ਟਾਈਮ ਤੱਕ ਕੰਮ ਕਰਦੇ ਤੇ ਕੁਝ ਟਾਈਮ ਤੋਂ ਬਾਅਦ ਸਿਰਫ ਆ ਬੈਠ ਕੇ ਪੈਸਾ ਖਾਂਦੇ ਹਨ। ਇਹਨਾਂ ਦੀਆਂ ਪੁਸ਼ਤਾਂ ਬੈਠ ਕੇ ਪੈਸਾ ਖਾਂਦੀਆਂ ਹਨ। ਆਖਿਰ ਆ ਇਹੋ ਜਿਹਾ ਕੀ ਕੰਮ ਕਰਦੇ ਹਨ? ਤੇ ਇੱਕ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਆ ਵਾਲੇ ਜੇ ਬਿਜ਼ਨਸ ਓਨਰ ਕੈਟੇਗਰੀ ਤੇ ਇਨਵੈਸਟਰਸ ਕੈਟੇਗਰੀ ਦੇ ਲੋਕੀ ਸਿਰਫ 5% ਹੁੰਦੇ ਹਨ, ਪਰ ਇਹਨਾਂ ਕੋ ਦੁਨੀਆ ਦਾ 95% ਪੈਸਾ ਹੁੰਦਾ ਹੈ। ਸੁਣ ਕੇ ਹੈਰਾਨੀ ਹੋਈ ਨਾ ਤੁਹਾਨੂੰ ਕਿ ਇਹਨਾਂ ਕੋ ਦੁਨੀਆ ਦਾ 95% ਪੈਸਾ ਹੁੰਦਾ ਹੈ। ਪਰ ਇਹਨਾਂ ਦੀ ਖਾਸੀਅਤ ਕੀ ਹੈ? ਆ ਲੋਕੀ ਕੱਲਿਆਂ ਕੰਮ ਨਹੀਂ ਕਰਦੇ, ਆ ਲੋਕੀ ਟੀਮ ਦੇ ਨਾਲ ਕੰਮ ਕਰਦੇ। ਹਾਂ, ਕੱਲੇ ਕੰਮ, ਇਹਨਾਂ ਦੀ ਇਨਕਮ ਇਹਨਾਂ ਉੱਪਰ ਡਿਪੈਂਡ ਨਹੀਂ ਕਰਦੀ ਹੈ, ਕਿਉਂਕਿ ਆ ਟੀਮ ਦੇ ਨਾਲ ਕੰਮ ਕਰਦੇ ਹੈ ਤੇ ਅਨਲਿਮਿਟਿਡ ਪੈਸਾ ਕਮਾਉਂਦੇ ਹੈ। ਆਓ ਆਪਾਂ ਦੇਖੀਏ ਕਿ ਅਗਰ ਸਾਨੂੰ, ਤੁਸੀਂ ਕੀ ਐਕਟਿਵ ਇਨਕਮ ਤੇ ਪੈਸਿਵ ਇਨਕਮ ਬਾਰੇ ਸੁਣਿਆ ਹੈ ਕਦੀ? ਐਕਟਿਵ ਇਨਕਮ ਉਹ ਹੁੰਦੀ ਹੈ ਤੁਸੀਂ ਜਦੋਂ ਤੱਕ ਕੰਮ ਕਰਦੇ ਹੋ ਉਦੋਂ ਤੱਕ ਪੈਸਾ ਆਂਦਾ ਹੈ, ਤੇ ਪੈਸਿਵ ਇਨਕਮ ਉਹ ਹੁੰਦੀ ਹੈ ਕਿ ਜਦੋਂ ਤੱਕ ਤੁਸੀਂ ਕੰਮ ਕਰ ਰਹੇ ਹੋ ਉਦੋਂ ਤੱਕ ਤੇ ਪੈਸਾ ਆਊਗਾ, ਪਰ ਜਦੋਂ ਤੁਸੀਂ ਕੰਮ ਕਰਨਾ ਛੱਡ ਦੋਗੇ ਉਦੋਂ ਵੀ ਪੈਸਾ ਆਊਗਾ। ਤੇ ਤੁਸੀਂ ਮੈਨੂੰ ਦੋਸਤੋ ਆ ਦੱਸੋ ਕਿ ਤੁਸੀਂ ਆਪਣੇ ਆਪ ਨੂੰ ਕਿਹੜੀ ਕੈਟੇਗਰੀ ਤੇ ਰੱਖਣਾ ਚਾਹੁੰਦੇ ਹੋ, ਐਕਟਿਵ ਇਨਕਮ ਵਾਲੀ ਕੈਟੇਗਰੀ ਤੇ ਜਾਂ ਪੈਸਿਵ ਇਨਕਮ ਵਾਲੀ ਕੈਟੇਗਰੀ ਤੇ? ਮੈਂ ਜਾਣਦੀ ਹਾਂ ਤੁਸੀਂ ਆਪਣੇ ਆਪ ਨੂੰ ਪੈਸਿਵ ਇਨਕਮ ਵਾਲੀ ਕੈਟੇਗਰੀ ਤੇ ਰੱਖਣਾ ਚਾਹੁੰਦੇ ਹੋ, ਪਰ ਤੁਹਾਨੂੰ ਪਤਾ ਹੈ ਇਸ ਕੈਟੇਗਰੀ ਤੇ ਆਉਣ ਲਈ ਤੁਹਾਨੂੰ ਕੀ ਕਰਨਾ ਪਏਗਾ। ਤੇ ਆਓ ਮੈਂ ਤੁਹਾਨੂੰ ਦੱਸਦੀ ਹਾਂ ਤੁਹਾਨੂੰ ਕੀ ਕਰਨਾ ਪਏਗਾ। ਜੀ ਹਾਂ, ਤੁਹਾਨੂੰ ਕਰਨੀ ਪਏਗੀ ਨੈਟਵਰਕ ਮਾਰਕੀਟਿੰਗ। ਨੈਟਵਰਕ ਮਾਰਕੀਟਿੰਗ ਕੀ ਹੁੰਦੀ ਹੈ, ਅੱਜ ਤੁਹਾਡੇ ਨਾਲ ਉਹ ਗੱਲ ਕਰਾਂਗੀ। ਨੈਟਵਰਕ ਮਾਰਕੀਟਿੰਗ ਇੱਕ ਜ਼ੀਰੋ ਇਨਵੈਸਟਮੈਂਟ ਬਿਜ਼ਨਸ ਹੈ, ਜਿਹਦੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਇਨਵੈਸਟਮੈਂਟ ਨਹੀਂ ਹੁੰਦਾ ਹੈ ਤੇ ਕੋਈ ਵੀ ਰਿਸਕ ਤੁਹਾਡੇ ਕੋਲ ਨਹੀਂ ਹੁੰਦਾ ਹੈ। ਅਗਰ ਮੈਂ ਇੱਕ ਨਿਊਜ਼ਪੇਪਰ ਇੰਡੀਅਨ ਐਕਸਪ੍ਰੈਸ ਦੀ ਮੰਨਾਂ ਤੇ 2016 ਤੇ ਇੱਕ ਮਤਲਬ ਇੱਕ ਰਿਪੋਰਟ ਦੇ ਅਨੁਸਾਰ ਇੰਡੀਅਨ ਐਕਸਪ੍ਰੈਸ ਨੇ KPMG ਤੇ ਫਿੱਕੀ ਦੀ ਰਿਪੋਰਟ ਦੇ ਆਧਾਰ ਤੇ ਬੋਲਿਆ ਸੀ ਕਿ ਆ ਇੰਡਸਟਰੀ 2025 ਤੇ 750 ਕਰੋੜ ਦੀ ਇੰਡਸਟਰੀ ਬਣ ਜਾਊਗੀ, ਤੇ ਨਾਲ ਹੀ ਇਹਦੀ ਵੱਧਦੀ ਹੋਈ ਇੰਨੀ ਡਿਮਾਂਡ ਹੈ ਕਿ ਯੂਨੀਵਰਸਿਟੀ ਤੇ ਇਹਦੇ ਕੋਰਸ ਵੀ ਚਲਾਏ ਜਾਣ ਲੱਗੇ ਹਨ। ਤੇ ਆ ਇੰਡਸਟਰੀ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਇਹਨੂੰ ਪੜ੍ਹਾਈ ਦਾ ਇੱਕ ਹਿੱਸਾ ਬਣਾ ਦਿੱਤਾ ਗਿਆ ਕਿ ਆਉਣ ਵਾਲੀ ਜਿਹੜੀ ਯੁਵਾ ਪੀੜ੍ਹੀ ਹੈ ਉਹਨੂੰ ਪਹਿਲੇ ਤੋਂ ਹੀ ਪਤਾ ਹੋਵੇ ਕਿ ਤੁਹਾਨੂੰ ਮਾਲਕ ਬਣਨ ਦਾ ਕੀ ਤਰੀਕਾ ਹੈ, ਤੁਹਾਨੂੰ ਨੌਕਰ ਬਣ ਕੇ ਪੈਸਾ ਕਮਾਉਣ ਦੀ ਲੋੜ ਨਹੀਂ ਹੈ। ਆਓ ਅੱਗੇ ਜਾਣਦੇ ਹਾਂ ਕਿ ਤੁਸੀਂ ਜਦੋਂ ਨੈਟਵਰਕ ਮਾਰਕੀਟਿੰਗ ਤੇ ਆਓਗੇ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਕੰਪਨੀ ਨੂੰ ਚੂਜ਼ ਕਰਨਾ ਚਾਹੀਦਾ। ਜੀ ਹਾਂ, ਤੁਹਾਨੂੰ ਚੂਜ਼ ਕਰਨਾ ਚਾਹੀਦਾ। ਇੱਥੇ ਨੈਟਵਰਕ ਮਾਰਕੀਟਿੰਗ ਤੇ ਦੋ ਤਰ੍ਹਾਂ ਦੀਆਂ ਕੰਪਨੀਆਂ ਹੈ, ਇੰਡੀਅਨ ਤੇ ਇੰਟਰਨੈਸ਼ਨਲ। ਤੁਹਾਨੂੰ ਇੰਡੀਅਨ ਕੰਪਨੀ ਹੀ ਚੂਜ਼ ਕਰਨੀ ਚਾਹੀਦੀ ਹੈ, ਕਿਉਂਕਿ ਇੰਡੀਅਨ ਕੰਪਨੀ ਜਦੋਂ ਵੀ ਕੋਈ ਪ੍ਰੋਡਕਟ ਲੈ ਕੇ ਆਏਗੀ ਤੁਹਾਡੀ ਜੇਬ ਦੇ ਹਿਸਾਬ ਨਾਲ ਲੈ ਕੇ ਆਏਗੀ। ਤੇ ਅਗਰ ਗੱਲ ਕਰੀਏ ਕਿ ਆਪਾਂ ਅਗਰ ਕਿਹੜਾ ਪਲਾਨ ਚੂਜ਼ ਕਰੀਏ ਤੇ ਮਾਰਕੀਟ ਤੇ ਤਿੰਨ ਤਰ੍ਹਾਂ ਦੇ ਪਲਾਨ ਹੈ, ਬਾਈਨਰੀ, ਜਨਰੇਸ਼ਨ, ਹਾਈਬ੍ਰਿਡ ਪਲਾਨ ਹੈ। ਤੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਹਾਈਬ੍ਰਿਡ ਪਲਾਨ ਚੂਜ਼ ਕਰਨਾ ਚਾਹੀਦਾ, ਕਿਉਂਕਿ ਹਾਈਬ੍ਰਿਡ ਪਲਾਨ 2 ਲੈਗ ਦਾ ਪਲਾਨ ਹੁੰਦਾ ਹੈ, ਜਿਹਦੇ ਤੇ ਤੁਹਾਡੀ ਇਨਕਮ ਸਟੇਬਲ, ਤੁਹਾਡੀ ਇਨਕਮ ਤੇਜ਼ੀ ਨਾਲ ਆਂਦੀ ਹੈ ਤੇ ਤੁਹਾਨੂੰ ਜਨਰੇਸ਼ਨ ਯਾਨੀ ਪੈਸਿਵ ਇਨਕਮ ਵੀ ਦਿੰਦਾ ਹੈ। ਕੰਜ਼ਿਊਮਰ ਐਮਪਾਵਰਮੈਂਟ ਐਂਡ ਕੰਪਨੀ ਐਮਪਾਵਰਮੈਂਟ। ਜਦੋਂ ਤੁਸੀਂ ਕੰਪਨੀ ਚੂਜ਼ ਕਰਦੇ ਹੋ ਤੇ ਤੁਹਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਦੇਖਣਾ ਹੈ ਕਿ ਕੰਪਨੀ ਕਿਸ ਨੂੰ ਫਾਇਦਾ ਦੇ ਰਹੀ ਹੈ। ਕੰਪਨੀ ਕੰਜ਼ਿਊਮਰ ਨੂੰ ਫਾਇਦਾ ਦੇ ਰਹੀ ਹੈ, ਤੁਹਾਨੂੰ ਫਾਇਦਾ ਦੇ ਰਹੀ ਹੈ, ਜਾਂ ਕੰਪਨੀ ਆਪਣਾ ਫਾਇਦਾ ਲੈ ਰਹੀ ਹੈ। ਅੱਗੇ ਆਪਾਂ ਗੱਲ ਰੱਖਦੇ ਹਾਂ ਪ੍ਰੋਡਕਟ ਦੀ, ਕਿਉਂਕਿ ਕਿਸੇ ਵੀ ਬਿਜ਼ਨਸ ਨੂੰ ਚਲਾਉਣ ਲਈ ਪ੍ਰੋਡਕਟ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਤੇ ਤੁਹਾਨੂੰ ਆ ਧਿਆਨ ਰੱਖਣਾ ਹੈ ਕਿ ਪ੍ਰੋਡਕਟ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਤੇ ਉਹਦੇ ਪ੍ਰਾਈਸ ਤੁਹਾਡੇ ਜੇਬ ਦੇ ਹਿਸਾਬ ਨਾਲ ਹੋਣੇ ਚਾਹੀਦੇ, ਯਾਨੀ ਇੰਡੀਅਨ ਮਾਰਕੀਟ ਦੇ ਹਿਸਾਬ ਨਾਲ ਹੋਣੇ ਚਾਹੀਦੇ ਹਨ। ਹੁਣ ਆਪਾਂ ਆ ਸਾਰੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਤੁਸੀਂ ਰਾਈਟ ਕੰਪਨੀ ਕਿਸ ਤਰ੍ਹਾਂ ਚੂਜ਼ ਕਰੋਗੇ। ਤੇ ਮੈਂ ਤੁਹਾਡੀ ਥੋੜੀ ਜੀ ਹੈਲਪ ਕਰਦੀ ਹੈ ਕਿ ਰਾਈਟ ਕੰਪਨੀ ਕਿਸ ਤਰ੍ਹਾਂ ਚੂਜ਼ ਕੀਤੀ ਜਾਂਦੀ ਹੈ। ਜੀ ਹਾਂ, ਆਪਾਂ ਗੱਲ ਕਰ ਰਹੇ ਹਾਂ 3 ਇੰਪੋਰਟੈਂਟ ਫੈਕਟਰ ਦੀ। ਜਦੋਂ ਤੁਸੀਂ ਕੋਈ ਵਧੀਆ ਕੰਪਨੀ ਚੂਜ਼ ਕਰਦੇ ਹੋ ਤੇ ਤੁਹਾਨੂੰ ਇੱਕ ਚੀਜ਼ ਤਿੰਨ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਹੈ। ਪਹਿਲੀ ਚੀਜ਼ ਜਿਹੜੀ ਹੈ ਕੰਪਨੀ ਦਾ ਪ੍ਰੋਫਾਈਲ, ਕਿ ਕੰਪਨੀ ਅਗਰ ਠੀਕ ਠਾਕ ਬੈਕਗ੍ਰਾਉਂਡ ਦੀ ਹੈ ਤੇ ਤੁਸੀਂ ਕੰਪਨੀ ਨੂੰ ਚੂਜ਼ ਕਰ ਸਕਦੇ ਹੋ। ਪਰ ਅਗਰ ਤੁਹਾਡੇ ਦਿਮਾਗ ਤੇ ਆ ਚੱਲ ਰਿਹਾ ਹੈ ਕਿ ਕੰਪਨੀ ਦਾ ਬੈਕਗ੍ਰਾਉਂਡ ਬਹੁਤ ਜ਼ਿਆਦਾ ਵਧੀਆ ਹੋਣਾ ਚਾਹੀਦਾ ਹੈ, ਅਗਰ ਆ ਗੱਲ ਹੁੰਦੀ ਤੇ ਹਿੰਦੁਸਤਾਨ ਲੀਵਰ ਜੋ ਨੈਟਵਰਕ ਮਾਰਕੀਟਿੰਗ ਤੇ ਆਈ ਤੇ ਚਲੀ ਗਈ। ਇਸ ਲਈ ਕੰਪਨੀ ਦਾ ਪ੍ਰੋਫਾਈਲ ਠੀਕ ਠਾਕ ਹੋਵੇ ਤੇ ਕੰਮ ਚੱਲ ਜਾਊਗਾ। ਉਹ ਦੂਜੀ ਆਪਾਂ ਗੱਲ ਕਰਾਂਗੇ ਪ੍ਰੋਡਕਟ ਦੀ।
ਤੁਹਾਨੂੰ ਧਿਆਨ ਰੱਖਣਾ ਹੈ ਕਿ ਕੰਪਨੀ ਦੇ ਪ੍ਰੋਡਕਟ ਤੁਹਾਡੀ ਜੇਬ ਦੇ ਹਿਸਾਬ ਦੇ ਹੋਣੇ ਚਾਹੀਦੇ, ਅਫੋਰਡੇਬਲ ਹੋਣੇ ਚਾਹੀਦੇ, ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ, ਤੁਸੀਂ ਪ੍ਰੋਡਕਟ ਦੇਖੇ। ਪਰ ਇਹਨਾਂ ਦੋਨਾਂ ਚੀਜ਼ਾਂ ਤੋਂ ਸਭ ਤੋਂ ਉੱਪਰ ਜਿਹੜੀ ਚੀਜ਼ ਆ ਉਹ ਪੇ ਆਊਟ। ਅਗਰ ਕੰਪਨੀ ਦਾ ਪ੍ਰੋਫਾਈਲ ਬਹੁਤ ਵਧੀਆ ਹੈ, ਪ੍ਰੋਡਕਟ ਬਹੁਤ ਵਧੀਆ ਹੈ, ਅਗਰ ਤੁਹਾਡਾ ਪੇ ਆਊਟ ਨਹੀਂ ਬਣ ਰਿਹਾ, ਤੁਹਾਡੇ ਚੈਕਸ ਨਹੀਂ ਬਣ ਰਹੇ, ਤੇ ਤੁਹਾਨੂੰ ਇੱਕ ਵਾਰੀ ਸੋਚਣਾ ਪਊਗਾ ਕਿ ਤੁਹਾਨੂੰ ਇਸ ਕੰਪਨੀ ਨੂੰ ਚੂਜ਼ ਕਰਨਾ ਚਾਹੀਦਾ ਜਾਂ ਨਹੀਂ। ਇਸ ਲਈ ਕੰਪਨੀ ਚੂਜ਼ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਚੈੱਕ ਕਰੋ ਕਿ ਲੀਡਰਸ ਦੇ ਪੇ ਆਊਟ ਕੀ ਆ ਰਹੇ ਹੈ, ਤੁਹਾਨੂੰ ਕੀ ਇਨਕਮ ਦਿੱਤੀ ਜਾ ਰਹੀ ਹੈ। ਇੰਨਾ ਸਭ ਤੋਂ ਉੱਪਰ ਵੱਧ ਕੇ ਹੈਗਾ ਹੈ ਇੱਕ ਤੁਹਾਡਾ ਐਜੂਕੇਸ਼ਨ ਸਿਸਟਮ, ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਲਈ ਸਿੱਖਣ ਦੀ ਪ੍ਰਣਾਲੀ ਯਾਨੀ ਸਿੱਖਿਆ ਪ੍ਰਣਾਲੀ ਬਹੁਤ ਹੀ ਜ਼ਰੂਰੀ ਹੈ। ਅਗਰ ਤੁਹਾਡਾ ਐਜੂਕੇਸ਼ਨ ਸਿਸਟਮ ਮਜ਼ਬੂਤ ਹੈ ਤੇ ਡੈਫੀਨੇਟਲੀ ਤੁਸੀਂ ਉਸ ਇੰਡਸਟਰੀ ਵਿੱਚ, ਉਸ ਕੰਪਨੀ ਵਿੱਚ ਬਹੁਤ ਜ਼ਿਆਦਾ ਗਰੋ ਕਰੋਗੇ। ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਕੰਪਨੀ ਨੂੰ ਚਲਾਉਣ ਲਈ ਕੁਝ ਸਰਟੀਫਿਕੇਟਸ ਦੀ ਲੋੜ ਹੁੰਦੀ ਹੈ। ਮੈਂ ਗੱਲ ਕਰ ਰਹੀ ਹਾਂ ਓਕੇ ਲਾਈਫ ਕੇਅਰ ਦੀ, ਜਿੱਥੇ ਇਸ ਕੰਪਨੀ ਕੋ ਉਹ ਸਾਰੇ ਸਰਟੀਫਿਕੇਟਸ ਹਨ ਜੋ ਇੱਕ ਕੰਪਨੀ ਕੋਲ ਹੋਣੇ ਚਾਹੀਦੇ। ਅਗਰ ਮੈਂ ਕੁਝ ਸਰਟੀਫਿਕੇਟਸ ਦੇ ਨਾਮ ਲਵਾਂ, SOHM ਦੀ ਮੈਂਬਰ ਹੈ ਓਕੇ ਲਾਈਫ ਕੇਅਰ, FSI ਦੀ ਮੈਂਬਰ ਹੈ, GMP ਸਰਟੀਫਾਈਡ ਹੈ, ISO ਦੀ ਮੈਂਬਰ ਹੈ, ਰਿਟੇਲ ਐਸੋਸੀਏਸ਼ਨ ਆਫ ਇੰਡੀਆ ਦੀ ਮੈਂਬਰ ਹੈ, ਤੇ ਗਵਰਨਮੈਂਟ ਇੰਡੀਆ ਦਾ ਮੇਕ ਇਨ ਇੰਡੀਆ ਤੇ ਸਟਾਰਟਅਪ ਇੰਡੀਆ ਦਾ ਵੀ ਪਾਰਟ ਹੈ, ਹਿਊਮਨ ਰਾਈਟਸ ਕਮਿਸ਼ਨ ਦੀ ਵੀ ਪਾਰਟ ਹੈ। ਤੇ ਸਾਰੇ ਆ ਸਰਟੀਫਿਕੇਟ ਜਿਹੜੇ ਤੁਸੀਂ ਦੇਖ ਰਹੇ ਹੋ ਉਹ ਸਾਰੇ ਸਰਟੀਫਿਕੇਟਸ ਇਹਨਾਂ ਕੋਲ ਹੈਗੇ ਆ। ਯਾਨੀ ਇੱਕ ਕੰਪਨੀ ਨੂੰ ਚਲਾਉਣ ਲਈ ਜਿਨ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਉਹ ਸਾਰੇ ਸਰਟੀਫਿਕੇਟਸ ਇਸ ਕੰਪਨੀ ਕੋ ਹੈਗੇ ਆ। ਹੁਣ ਅੱਗੇ ਗੱਲ ਕਰਦੇ ਆ ਬਿਜ਼ਨਸ ਪਲਾਨ ਦੀ, ਕਿ ਕੰਪਨੀ ਕੋ ਇਹੋ ਜਿਹਾ ਕਿਹੜਾ ਬਿਜ਼ਨਸ ਪਲਾਨ ਹੈ ਜਿਸ ਤੋਂ ਕੰਪਨੀ ਤੁਹਾਨੂੰ ਇਨਕਮ ਦੇ ਰਹੀ ਹੈ। ਕਿਉਂਕਿ ਮੈਂ ਤਾਂ ਓਕੇ ਲਾਈਫ ਦੇ ਬਿਜ਼ਨਸ ਪਲਾਨ ਨੂੰ ਮਨੀ ਮੇਕਿੰਗ ਪਲਾਨ ਕਹਿੰਦੀ ਹੈ, ਕਿਉਂਕਿ ਓਕੇ ਲਾਈਫ ਕੇਅਰ ਦਾ ਪਲਾਨ ਤੁਹਾਨੂੰ ਜੋ ਦੇ ਰਿਹਾ ਹੈ 7 ਤਰ੍ਹਾਂ ਦੀ ਫਾਈਨੈਂਸ਼ੀਅਲ ਫ੍ਰੀडम ਦੇ ਰਿਹਾ ਹੈ। ਉਹ 7 ਤਰ੍ਹਾਂ ਦੀ ਫਾਈਨੈਂਸ਼ੀਅਲ ਫ੍ਰੀडम ਕੀ ਹੈ ਉਹ ਜਾਣਦੇ ਆ। ਪਹਿਲਾ ਹੈ ਰਿਟੇਲ ਪ੍ਰੋਫਿਟ, ਦੂਜਾ ਐਕਟਿਵ ਬੋਨਸ, ਤੀਸਰਾ ਕੰਸਿਸਟੈਂਸੀ ਬੋਨਸ, ਚੌਥਾ ਸੁਪਰ ਐਕਟਿਵ ਬੋਨਸ, ਤੇ ਕਾਰ ਫੰਡ, ਹਾਊਸ ਫੰਡ ਤੇ ਫਲੈਗਸ਼ਿਪ। ਆ ਸਭ ਤੋਂ ਇਹੋ ਜੀ ਇਨਕਮ ਹੈ ਜੋ ਤੁਹਾਨੂੰ ਪੈਸੇ ਦੀ ਆਜ਼ਾਦੀ ਦੇ ਸਕਦਾ ਹੈ। ਤੇ ਆਓ ਜਾਣਦੇ ਆ ਪੈਸੇ ਦੀ ਆਜ਼ਾਦੀ ਕੀ ਹੁੰਦੀ ਹੈ। ਜਿਸ ਤਰ੍ਹਾਂ ਕਿ ਸ਼ੁਰੂ ਵਿੱਚ ਹੀ ਗੱਲ ਕੀਤੀ ਹੈ, ਤੁਸੀਂ ਆਪਣੀ ਦੁਕਾਨ ਨੂੰ ਬਦਲ ਕੇ ਇੱਕ ਇਹੋ ਜਿਹਾ ਸਮਾਨ, ਤੁਸੀਂ ਅਗਰ ਕਸਟਮਰ ਹੋ, ਸਿਰਫ ਤੁਸੀਂ ਆਪਣੀ ਦੁਕਾਨ ਨੂੰ ਬਦਲ ਕਰਕੇ ਇੱਥੋਂ 7 ਤਰ੍ਹਾਂ ਦੀ ਇਨਕਮ ਲੈ ਸਕਦੇ ਹੋ। ਸਭ ਤੋਂ ਪਹਿਲਾਂ ਜਿਹੜਾ ਕੰਪਨੀ ਤੁਹਾਨੂੰ ਇਨਕਮ ਦੇ ਰਹੀ ਹੈ ਉਹ ਪਹਿਲੀ ਇਨਕਮ ਹੈ ਰਿਟੇਲ ਪ੍ਰੋਫਿਟ। ਅਗਰ ਰਿਟੇਲ ਪ੍ਰੋਫਿਟ ਦੀ ਮੈਂ ਗੱਲ ਕਰਾਂ ਤੇ ਹਰ ਕਸਟਮਰ ਜਦੋਂ ਕਿਸੇ ਮਾਲ ਤੇ ਜਾਂਦਾ ਹੈ, ਕਿਸੇ ਦੁਕਾਨ ਤੇ ਜਾਂਦਾ ਹੈ, ਉਹ ਹਮੇਸ਼ਾ ਚਾਹੁੰਦਾ ਹੈ ਕਿ MRP ਤੋਂ ਘੱਟ ਰੇਟ ਤੇ ਉਹਨੂੰ ਸਮਾਨ ਦਿੱਤਾ ਜਾਵੇ। ਕਿਤੇ ਨਾ ਕਿਤੇ ਉਹ ਕਸਟਮਰ ਦਾ ਹੱਕ ਵੀ ਹੈ। ਤੇ ਇੱਥੇ ਕੰਪਨੀ ਤੁਹਾਡੇ ਲਈ ਲੈ ਕੇ ਆਂਦੀ ਹੈ 40% ਦਾ, 40% ਦਾ ਰਿਟੇਲ ਪ੍ਰੋਫਿਟ ਲੈ ਕੇ ਆਈ ਹੈ ਕੰਪਨੀ। ਜੋ ਤੁਹਾਡਾ MRP ਹੈ ਉਸ ਤੋਂ 40% ਦਾ ਫਾਇਦਾ ਕੰਪਨੀ ਤੁਹਾਨੂੰ ਦੇ ਰਹੀ ਹੈ। ਐਗਜ਼ਾਮਪਲ ਤੋਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਕੰਪਨੀ ਕੋ 280 ਰੁਪਏ ਦਾ ਇੱਕ ਸ਼ੈਂਪੂ ਹੈ, ਉਹਦਾ ਰੇਟ 280 ਰੁਪਏ ਹੈ, ਪਰ ਉਹ 40% ਦੇ ਡਿਸਕਾਊਂਟ ਤੇ ਕੰਪਨੀ ਤੁਹਾਨੂੰ 199 ਰੁਪਏ ਦਾ ਦੇ ਰਹੀ ਹੈ। ਤੇ ਯਾਨੀ ਕਸਟਮਰ ਨੂੰ ਸਿੱਧਾ ਹੀ ਸਿੱਧਾ 40% ਦਾ ਪ੍ਰੋਫਿਟ ਹੁੰਦਾ ਹੈ ਰਿਟੇਲ ਪ੍ਰੋਫਿਟ ਤੇ। ਅਗਰ ਉਹ ਕਸਟਮਰ ਹੈ ਤੇ 40% ਦਾ ਬੈਨੀਫਿਟ ਤੇ ਲਏਗਾ, ਪਰ ਅਗਰ ਉਹ ਅੱਗੇ ਇਸ ਵਿੱਚ ਪੈਸਾ ਬਣਾਉਣਾ ਚਾਹੁੰਦਾ ਹੈ ਤੇ ਉਹਨੂੰ ਕੀ ਕਰਨਾ ਪਏਗਾ। ਤੇ ਲੀਡਰਸ ਦੂਜੀ ਇਨਕਮ ਜੋ ਹੈ ਐਕਟਿਵ ਬੋਨਸ ਹੈ। ਅਗਰ ਤੁਸੀਂ ਇੱਥੇ ਆਏ ਹੋ ਪੈਸਾ ਕਮਾਉਣ ਲਈ ਆਏ ਹੋ ਤੇ ਤੁਸੀਂ ਸਿਰਫ ਆਪਣੀ ਦੁਕਾਨ ਹੀ ਨਹੀਂ ਬਦਲਣੀ ਹੈ, ਆਪਣੇ ਜਾਣ ਪਛਾਣ ਤੇ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਦੁਕਾਨ ਨੂੰ ਵੀ ਚੇਂਜ ਕਰਾਣਾ ਹੈ। ਜਿਵੇਂ ਕਿ ਤੁਸੀਂ ਦੇਖਿਆ ਸ਼ੁਰੂਆਤ ਵਿੱਚ ਕਿ ਅਗਰ ਤੁਸੀਂ ਪੈਸਿਵ ਇਨਕਮ ਲੈਣਾ ਚਾਹੁੰਦੇ, ਤੁਸੀਂ ਇਹੋ ਜੀ ਇਨਕਮ ਲੈਣਾ ਚਾਹੁੰਦੇ ਹੋ ਜਿੱਥੇ ਤੁਸੀਂ ਕੰਮ ਕਰੋ ਉਦੋਂ ਪੈਸਾ ਆਵੇ ਤੇ ਜਦੋਂ ਕੰਮ ਕਰਨਾ ਛੱਡ ਦੋ ਤਾਂ ਵੀ ਪੈਸਾ ਆਵੇ। ਤੇ ਉਹਦੇ ਲਈ ਤੁਹਾਨੂੰ ਟੀਮ ਬਣਾ ਕੇ ਕੰਮ ਕਰਨਾ ਪਏਗਾ। ਜਿੱਥੇ ਕਿ ਇੱਥੇ ਤੁਸੀਂ ਦੇਖ ਰਹੇ ਹੋ ਬਲੂ ਕਲਰ ਵਿੱਚ, ਇੱਥੇ ਤੁਸੀਂ ਹੋ। ਤੁਸੀਂ ਇੱਥੇ ਆਪਣੇ ਆਪ ਨੂੰ ਇਮੇਜਿਨ ਕਰੋਗੇ ਤੇ ਤੁਸੀਂ ਆਪਣੀਆਂ 2 ਲੈਗਾਂ ਖੋਲੋਗੇ ਤੇ ਜੋ ਸੱਜੇ ਤੇ ਖੱਬੇ ਯਾਨੀ ਲੈਫਟ ਤੇ ਰਾਈਟ ਹੋਏਗੀ। ਤੇ ਇੱਥੇ ਜਿਹੜਾ ਫਾਰਮੂਲਾ ਇਸਤੇਮਾਲ ਕਰਦੇ ਆ ਰੀਚ ਟੂ ਟੀਚ ਟੂ। ਤੁਸੀਂ ਬਿਜ਼ਨਸ ਤੇ ਆਏ ਹੋ, ਤੁਸੀਂ 2 ਲੋਕਾਂ ਨੂੰ ਬਿਜ਼ਨਸ ਤੇ ਲੈ ਕੇ ਆਂਦੇ ਹੋ ਤਾਂ ਉਹ ਆਪਣੀ ਦੁਕਾਨ ਨੂੰ ਬਦਲਦੇ ਆ ਤੇ ਉਹ ਅੱਗੇ 2 ਲੋਕਾਂ ਨੂੰ ਲੈ ਕੇ ਆਂਦੇ ਆ ਤੇ ਆਪਣੀ ਦੁਕਾਨ ਨੂੰ ਬਦਲਦੇ ਆ। ਜਦੋਂ ਤੁਸੀਂ ਇੱਥੋਂ ਖਰੀਦਾਰੀ ਕਰਦੇ ਹੋ ਤੇ ਲੋਕਾਂ ਨੂੰ ਖਰੀਦਾਰੀ ਕਰਵਾਉਂਦੇ ਹੋ ਤੇ ਉਸ ਟਾਈਮ ਤੇ ਜੋ ਤੁਸੀਂ ਖਰੀਦਾਰੀ ਕਰੋਗੇ ਤਾਂ ਕੰਪਨੀ ਉਹਨੂੰ ਬਿਜ਼ਨਸ ਵੋਲਿਊਮ ਦਿੰਦੀ ਹੈ, ਤੁਹਾਨੂੰ ਕੁਝ ਪੁਆਇੰਟਸ ਦਿੰਦੀ ਹੈ। 3 ਰੁਪਏ ਅਪਰੋਕਸੀਮੇਟ 3 ਰੁਪਏ ਦਾ ਇੱਕ ਪੁਆਇੰਟ ਹੁੰਦਾ ਹੈ
ਤੇ ਤੁਸੀਂ ਇੱਥੇ ਆਂਦੇ ਹੋ 500 ਬਿਜ਼ਨਸ ਵੋਲਿਊਮ ਨਾ ਆਪਣੀ ਮਤਲਬ ਕੁਝ ਪਰਚੇਜ਼ਿੰਗ ਕਰਕੇ 500 ਬਿਜ਼ਨਸ ਵੋਲਿਊਮ ਦੀ ਪਰਚੇਜ਼ਿੰਗ ਕਰਕੇ ਆਪਣੀ ਆਈਡੀ ਨੂੰ ਐਕਟੀਵੇਟ ਕਰਾਉਂਦੇ ਹੋ ਤਾਂ ਆਪਣੇ ਥੱਲੇ ਇੱਕ ਟੀਮ ਬਣਾ ਲੈਂਦੇ ਹੋ ਲੈਫਟ ਤੇ ਸੱਜੇ ਤੇ ਖੱਬੇ ਦੋ ਇੱਕ ਟੀਮ ਬਣਾ ਲੈਂਦੇ ਹੋ ਤੇ ਉਹਨਾਂ ਦੇ ਨਾਲ ਮਿਲ ਕੇ ਲੈਫਟ ਤੇ 2500 ਬਿਜ਼ਨਸ ਵੋਲਿਊਮ ਲੈਫਟ ਕਰਨਾ ਹੈ ਤੁਸੀਂ 2500 ਬਿਜ਼ਨਸ ਰਾਈਟ ਕਰਨਾ ਹੈ ਤੇ ਤੁਹਾਨੂੰ ਕੰਪਨੀ ਇੱਕ ਪੁਆਇੰਟ ਦਿੰਦੀ ਹੈ ਇੱਕ ਐਕਟਿਵ ਬੋਨਸ ਪੁਆਇੰਟ ਦਿੰਦੀ ਹੈ ਉਹ ਐਕਟਿਵ ਬੋਨਸ ਪੁਆਇੰਟ ਅਗਰ ਮੈਂ ਗੱਲ ਕਰਾਂ ਤੇ ਉਹ ਐਕਟਿਵ ਬੋਨਸ ਪੁਆਇੰਟ ਕੰਪਨੀ ਤੁਹਾਨੂੰ ਦੇ ਰਹੀ ਹੈ 30% ਡਿਸਟ੍ਰੀਬਿਊਸ਼ਨ ਆਫ ਕੰਪਨੀ ਮੰਥਲੀ ਬਿਜ਼ਨਸ ਟਰਨਓਵਰ ਕੰਪਨੀ ਤੁਹਾਨੂੰ ਦੇ ਰਹੀ ਹੈ ਅਗਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਜ਼ਰੀਏ ਸਮਝਾਵਾਂ ਤੇ ਅਗਰ ਤੁਸੀਂ 50 ਹਜ਼ਾਰ ਦਾ ਬਿਜ਼ਨਸ ਮੈਚ ਕਰਦੇ ਹੋ ਤਾਂ ਤੁਹਾਡਾ 20 ਐਕਟਿਵ ਬੋਨਸ ਪੁਆਇੰਟ ਬਣਦੇ ਆ ਤੇ 6000 ਦੀ ਇਨਕਮ ਤੁਹਾਡੀ ਪਹਿਲੇ ਮਹੀਨੇ ਵੀ ਬਣ ਸਕਦੀ ਹੈ ਅਗਰ ਮੈਂ ਗੱਲ ਕਰਾਂ ਅਗਲੇ ਇਨਕਮ ਦੀ ਤੇ ਅਗਲਾ ਇਨਕਮ ਤੁਹਾਡਾ ਹੈ ਕੰਸਿਸਟੈਂਸੀ ਬੋਨਸ ਲੈਣ ਲਈ ਤੁਹਾਨੂੰ ਕੀ ਕਰਨਾ ਪਏਗਾ ਕੰਸਿਸਟੈਂਸੀ ਬੋਨਸ ਲੈਣ ਲਈ ਤੁਹਾਨੂੰ ਸੇਮ ਉਹੀ ਕੰਮ ਕਰਨਾ ਪੜੇਗਾ ਲੈਫਟ ਤੇ ਰਾਈਟ ਜੋ ਤੁਸੀਂ 2500 ਸੱਜੇ ਤੇ 2500 ਖੱਬੇ ਬਿਜ਼ਨਸ ਵੋਲਿਊਮ ਨੂੰ ਮੈਚ ਕਰੋਗੇ ਤੇ ਲਗਾਤਾਰ 3 ਮਹੀਨੇ ਤੁਸੀਂ ਮੈਚ ਕਰੋਗੇ ਤੇ ਤੁਸੀਂ ਕੰਸਿਸਟੈਂਸੀ ਬੋਨਸ ਲੈ ਸਕਦੇ ਹੋ ਅਗਰ ਤੁਹਾਨੂੰ ਕੰਸਿਸਟੈਂਸੀ ਬੋਨਸ ਲੈਣਾ ਹੈ ਤੇ ਕੰਪਨੀ ਤੁਹਾਨੂੰ 10% ਯਾਨੀ 10% ਡਿਸਟ੍ਰੀਬਿਊਸ਼ਨ ਆਫ ਕੰਪਨੀ ਮੰਥਲੀ ਟਰਨਓਵਰ ਦਿੰਦੀ ਹੈ ਤੇ ਅਗਰ ਮੈਂ ਇੱਕ ਐਗਜ਼ਾਮਪਲ ਦੇ ਜ਼ਰੀਏ ਤੁਹਾਨੂੰ ਸਮਝਾਵਾਂ ਕਿ ਕੰਪਨੀ ਤੁਹਾਨੂੰ ਕਿਸ ਤਰ੍ਹਾਂ ਤੁਹਾਡੀ ਇਨਕਮ ਵਧਾ ਰਹੀ ਹੈ ਤੇ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਐਕਟਿਵ ਬੋਨਸ ਲੈ ਰਹੇ ਸੀ ਇੱਕ ਐਗਜ਼ਾਮਪਲ ਲਓ ਤੁਸੀਂ ਖੁਦ ਆਪਣੀ ਦੁਕਾਨ ਚੇਂਜ ਕਰ ਰਹੇ ਹੋ ਤਾਂ ਟੀਮ ਦੇ ਨਾਲ 50000 ਲੈਫਟ ਤੇ 50000 ਰਾਈਟ ਬਿਜ਼ਨਸ ਵੋਲਿਊਮ ਕਰਦੇ ਹੋ ਤੇ ਤੁਹਾਡਾ ਜਿਹੜਾ ਪੁਆਇੰਟ ਹੈ ਉਹ 20 ਪੁਆਇੰਟ ਬਣਨਗੇ 20 ਪੁਆਇੰਟ ਦੇ ਹਿਸਾਬ ਨਾਲ ਤੁਹਾਡਾ ਜੋ ਐਕਟਿਵ ਬੋਨਸ ਜੋ ਬਣੇਗਾ ਉਹ 6000 ਬਣੇਗਾ ਤੇ ਕੰਸਿਸਟੈਂਸੀ ਬੋਨਸ ਤੁਹਾਡਾ ਬਣੇਗਾ 2800 ਰੁਪਏ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਕੰਪਨੀ ਦੀ ਤੀਸਰੀ ਇਨਕਮ ਲੈ ਰਹੇ ਹੋ ਜਿਹਨੂੰ ਆਪਾਂ ਕੰਸਿਸਟੈਂਸੀ ਬੋਨਸ ਕਹਿ ਰਹੇ ਹਾਂ ਅਗਰ ਆਪਾਂ ਗੱਲ ਕਰੀਏ ਤੇ ਅਗਲੀ ਇਨਕਮ ਲੈਣ ਲਈ ਅਗਲੀ ਇਨਕਮ ਦਾ ਨਾਮ ਹੈ ਸੁਪਰ ਐਕਟਿਵ ਬੋਨਸ ਅਗਰ ਤੁਸੀਂ ਸੁਪਰ ਐਕਟਿਵ ਬੋਨਸ ਲੈਣਾ ਚਾਹੁੰਦੇ ਜਿਵੇਂ ਤੁਸੀਂ ਦੇਖ ਰਹੇ ਹੋ ਸੁਪਰ ਐਕਟਿਵ ਬੋਨਸ ਲੈਣ ਲਈ ਤੁਹਾਨੂੰ ਕੰਮ ਵੀ ਐਡੀਸ਼ਨਲ ਕਰਨਾ ਪੜੇਗਾ ਐਕਸਟਰਾ ਕਰਨਾ ਪੜੇਗਾ ਵੱਡੀ ਕੀ ਟੀਮ ਬਣਾਉਣੀ ਪਏਗੀ ਤੇ ਅਗਰ ਤੁਸੀਂ ਲੈਫਟ ਤੇ ਰਾਈਟ ਇੱਕ ਟੀਮ ਬਣਾ ਲੈਂਦੇ ਹੋ ਸੱਜੇ ਤੇ ਖੱਬੇ ਕੁਝ ਲੋਕਾਂ ਦੀ ਟੀਮ ਬਣਾ ਲੈਂਦੇ ਹੋ ਤੇ ਤੁਸੀਂ 50 ਹਜ਼ਾਰ ਬਿਜ਼ਨਸ ਵੋਲਿਊਮ 50000 ਸੱਜੇ 50000 ਖੱਬੇ ਬਿਜ਼ਨਸ ਵੋਲਿਊਮ ਕਰਦੇ ਹੋ ਤੇ ਤੁਹਾਨੂੰ ਇੱਕ ਸੁਪਰ ਐਕਟਿਵ ਬੋਨਸ ਪੁਆਇੰਟ ਮਿਲੇਗਾ ਤੇ ਉਸ ਸੁਪਰ ਐਕਟਿਵ ਬੋਨਸ ਪੁਆਇੰਟ ਦੀ ਵੈਲਿਊ ਹੋਗੀ 15% ਡਿਸਟ੍ਰੀਬਿਊਸ਼ਨ ਆਫ ਕੰਪਨੀ ਮੰਥਲੀ ਬਿਜ਼ਨਸ ਟਰਨਓਵਰ ਯਾਨੀ ਕੰਪਨੀ ਦਾ ਜਿੰਨਾ ਟਰਨਓਵਰ ਹੋਏਗਾ ਉਹਦਾ 15% ਤੁਹਾਨੂੰ ਮਿਲੇਗਾ ਅਗਰ ਮੈਂ ਐਗਜ਼ਾਮਪਲ ਲਵਾਂ ਤੇ ਇੱਕ ਐਗਜ਼ਾਮਪਲ ਦੇ ਜਰੀਏ ਤੁਸੀਂ ਅਗਰ ਆਂਦੇ ਹੋ ਤੇ ਟੀਮ ਦੇ ਨਾਲ ਕੰਮ ਕਰਦੇ ਹੋ 50000 ਲੈਫਟ ਤੇ 50000 ਰਾਈਟ ਮੈਚ ਕਰਦੇ ਹੋ ਤੇ ਤੁਹਾਨੂੰ ਇੱਕ ਸੁਪਰ ਐਕਟਿਵ ਬੋਨਸ ਮਿਲਦਾ ਹੈ ਤੇ ਪਹਿਲਾਂ ਤੋਂ ਹੀ ਤੁਸੀਂ ਕੰਪਨੀ ਦੀ ਦੋ ਇਨਕਮ ਲੈ ਰਹੇ ਹੋ ਤੇ ਤੁਹਾਡੀ ਇੱਕ ਇਨਕਮ ਹੋਰ ਵੱਧ ਜਾਏਗੀ ਜਿਹਨੂੰ ਆਪਾਂ ਸੁਪਰ ਐਕਟਿਵ ਬੋਨਸ ਕਹਿੰਦੇ ਆ ਤੇ ਸੁਪਰ ਐਕਟਿਵ ਬੋਨਸ ਕੰਪਨੀ ਤੁਹਾਨੂੰ ਅਪਰੋਕਸੀਮੇਟ 5000 ਦੇ ਲਗਭਗ ਦਿੰਦੀ ਹੈ ਤੇ ਇਸ ਤਰ੍ਹਾਂ ਤੁਹਾਡੀ ਇਨਕਮ ਹਰ ਵਾਰ ਵੱਧਦੀ ਜਾਂਦੀ ਹੈ ਤੇ ਆਓ ਆਪਾਂ ਜਾਣਦੇ ਕੰਪਨੀ ਦੀ ਨੈਕਸਟ ਇਨਕਮ ਹੈ ਕਾਰ ਫੰਡ ਅਗਰ ਤੁਸੀਂ ਕਾਰ ਫੰਡ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਪਏਗਾ ਬਹੁਤ ਹੀ ਆਸਾਨ ਹੈ ਕਾਰ ਫੰਡ ਲੈਣਾ ਤੁਹਾਡੇ ਵਾਸਤੇ ਸਿਰਫ ਤੁਹਾਨੂੰ 50000 ਸੱਜੇ ਤੇ 50000 ਖੱਬੇ ਯਾਨੀ ਲੈਫਟ ਤੇ ਰਾਈਟ 50 ਹਜ਼ਾਰ ਬਿਜ਼ਨਸ ਵੋਲਿਊਮ ਦੇਣਾ ਪਊਗਾ ਉਹਦਾ ਕੰਮ ਕਰਨਾ ਪਊਗਾ ਤੇ ਲਗਾਤਾਰ 3 ਮਹੀਨੇ ਅਗਰ ਤੁਸੀਂ ਇਸ ਕੰਮ ਨੂੰ ਕਰੋਗੇ ਤੇ ਤੁਸੀਂ ਕਾਰ ਫੰਡ ਲੈਣ ਲਈ ਐਲੀਜੀਬਲ ਹੋ ਜਾਓਗੇ ਤੇ ਕੰਪਨੀ ਤੁਹਾਨੂੰ 7.5% ਕਾਰ ਫੰਡ ਤੁਹਾਨੂੰ ਕੰਪਨੀ ਦੇ ਰਹੀ ਹੈ ਆਓ ਦੇਖਦੇ ਹਾਂ ਜਦੋਂ ਤੁਸੀਂ ਕੰਪਨੀ ਦੀ ਚੌਥੀ ਇਨਕਮ ਕਾਰ ਫੰਡ ਲੈਣ ਲੱਗਦੇ ਹੋ ਤਾਂ ਤੁਹਾਡੀ ਇਨਕਮ ਕੀ ਹੋ ਜਾਂਦੀ ਹੈ ਦੇਖੋ ਪਹਿਲਾਂ ਤੋਂ ਹੀ ਤੁਸੀਂ ਐਕਟਿਵ ਬੋਨਸ ਵੀ ਲੈ ਰਹੇ ਸੀ ਕੰਸਿਸਟੈਂਸੀ ਵੀ ਲੈ ਰਹੇ ਸੀ ਸੁਪਰ ਐਕਟਿਵ ਵੀ ਲੈ ਰਹੇ ਸੀ ਹੁਣ ਤੁਸੀਂ 3 ਮਹੀਨੇ ਮੇਨਟੇਨ ਕਰ ਲਿਆ ਹੈ ਤੇ ਹੁਣ ਤੁਸੀਂ ਕੰਪਨੀ ਦਾ ਕਾਰ ਫੰਡ ਵੀ ਲਓਗੇ ਤੇ ਇਸ ਤਰ੍ਹਾਂ ਤੁਸੀਂ ਕੰਪਨੀ ਦਾ ਕਾਰ ਫੰਡ ਲੈ ਸਕਦੇ ਹੋ ਆਓ ਦੇਖਦੇ ਹਾਂ ਕੰਪਨੀ ਦੀ ਅਗਲੀ ਇਨਕਮ ਕੀ ਹੈ ਕੰਪਨੀ ਤੁਹਾਨੂੰ ਅਗਲੀ ਇਨਕਮ ਜੋ ਦੇ ਰਹੀ ਹੈ ਉਸ ਦਾ ਨਾਮ ਹਾਊਸ ਫੰਡ ਹੈ ਹਾਊਸ ਫੰਡ ਲੈਣ ਲਈ ਤੁਹਾਨੂੰ ਲੀਡਰਸ ਕੀ ਕਰਨਾ ਹੈ ਹਾਊਸ ਫੰਡ ਲੈਣ ਲਈ ਕੁਝ ਐਡੀਸ਼ਨਲ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਅਗਰ ਤੁਸੀਂ ਆਪਣਾ ਪੁਰਾਣਾ ਬਿਜ਼ਨਸ ਹੀ ਮੇਨਟੇਨ ਕਰ ਲੈਂਦੇ ਹੋ 6 ਮਹੀਨੇ ਅਗਰ ਤੁਸੀਂ ਆਪਣਾ ਪੁਰਾਣਾ ਬਿਜ਼ਨਸ ਹੀ 6 ਮਹੀਨੇ ਮੇਨਟੇਨ ਕਰ ਲੈਂਦੇ ਹੋ ਤੇ ਤੁਸੀਂ ਕਾਰ ਫੰਡ ਲੈ ਸਕਦੇ ਹੋ ਸੌਰੀ ਅਗਰ ਤੁਸੀਂ ਹਾਊਸ ਫੰਡ ਲੈ ਸਕਦੇ ਹੋ 5% ਹਾਊਸ ਫੰਡ ਕੰਪਨੀ ਦੇ ਰਹੀ ਹੈ ਡਿਸਟ੍ਰੀਬਿਊਸ਼ਨ ਆਫ ਮੰਥਲੀ
ਕੰਪਨੀ ਮੰਥਲੀ ਬਿਜ਼ਨਸ ਟਰਨਓਵਰ। तो आओ ਤੁਸੀਂ ਦੇਖਦੇ ਹਾਂ ਕਿ ਇੱਥੇ ਤੁਸੀਂ ਪਹਿਲੇ ਤੋਂ 4 ਇਨਕਮ ਲੈ ਰਹੇ ਸੀ, ਕੰਸਿਸਟੈਂਸੀ ਬੋਨਸ ਲੈ ਰਹੇ ਸੀ, ਐਕਟਿਵ ਬੋਨਸ ਲੈ ਰਹੇ ਸੀ, ਸੁਪਰ ਐਕਟਿਵ ਬੋਨਸ ਲੈ ਰਹੇ ਸੀ ਤੇ ਕਾਰ ਫੰਡ ਬੋਨਸ ਤੁਸੀਂ ਲੈ ਰਹੇ ਸੀ। ਤੇ ਹੁਣ ਤੁਹਾਡੀ ਇੱਕ ਔਰ ਇਨਕਮ ਐਡ ਹੋ ਜਾਏਗੀ ਜਿਹਨੂੰ ਆਪਾਂ ਹਾਊਸ ਫੰਡ ਬੋਲਦੇ ਆ। ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਫਰੈਂਡਸ ਤੁਹਾਡੀ ਤੁਸੀਂ ਸੇਮ ਬਿਜ਼ਨਸ ਦੇ ਰਹੇ ਹੋ ਕੰਪਨੀ ਨੂੰ, ਪਰ ਹਰ ਮਹੀਨੇ ਤੁਹਾਡੀ ਇਨਕਮ ਵੱਧਦੀ ਜਾ ਰਹੀ ਹੈ। ਤੇ ਅਗਰ ਇੱਕ ਬਹੁਤ ਹੀ ਜ਼ਬਰਦਸਤ ਮੈਂ ਇਨਕਮ ਦੀ ਗੱਲ ਤੁਹਾਡੇ ਨਾਲ ਦੋਸਤੋ ਕਰਨਾ ਚਾਹੁੰਦੀ ਹਾਂ ਜਿਸ ਦਾ ਨਾਮ ਹੈ ਫਲੈਗਸ਼ਿਪ ਬੋਨਸ। ਕੀ ਤੁਸੀਂ ਇਹੋ ਜਿਹਾ ਕੋਈ ਬਿਜ਼ਨਸ ਜਾਣਦੇ ਜਿੱਥੇ ਤੁਸੀਂ ਲੋਕਾਂ ਨੂੰ ਬਿਜ਼ਨਸ ਵਿੱਚ ਲੈ ਕੇ ਆਉਂਦੇ ਹੋ, ਉਹਨੂੰ ਸਿਖਾਉਂਦੇ ਹੋ, ਉਹਦਾ ਚੈੱਕ ਬਣਵਾਉਂਦੇ ਹੋ ਤੇ ਉਹਨੂੰ ਸਿਖਾਉਣ ਦੇ, ਉਹਦਾ ਚੈੱਕ ਬਣਵਾਉਣ ਦੇ, ਉਹਨੂੰ ਗਾਈਡ ਕਰਨ ਦੇ ਵੀ ਤੁਹਾਨੂੰ ਪੈਸੇ ਮਿਲਣ ਤੇ ਕਿੰਨਾ ਮਜ਼ਾ ਆਏਗਾ। ਬਸ ਇਸੇ ਤਰ੍ਹਾਂ ਦੀ ਇੱਕ ਬਿਜ਼ਨਸ, ਇਸੇ ਤਰ੍ਹਾਂ ਦੀ ਆ ਇਨਕਮ ਹੈ ਜਿਹਨੂੰ ਆਪਾਂ ਫਲੈਗਸ਼ਿਪ ਬੋਨਸ ਬੋਲਦੇ ਆ, ਜਿਹਨੂੰ ਆਪਾਂ ਫਲੈਗਸ਼ਿਪ ਬੋਨਸ ਬੋਲਦੇ ਆ। ਅਗਰ ਫਲੈਗਸ਼ਿਪ ਬੋਨਸ ਦੀ ਗੱਲ ਕਰਾਂ ਤੇ ਐਗਜ਼ਾਮਪਲ ਹੀ ਲਓ ਕਿ ਤੁਸੀਂ ਬਿਜ਼ਨਸ ਤੇ ਆਂਦੇ ਹੋ ਤਾਂ ਆਪਣੇ ਕਿਸੇ ਦੋਸਤ ਨੂੰ ਬਿਜ਼ਨਸ ਤੇ ਲੈ ਕੇ ਆਂਦੇ ਹੋ ਤੇ ਤੁਸੀਂ, ਤੁਹਾਡਾ ਦੋਸਤ 10 ਲੱਖ ਰੁਪਏ ਕਮਾਉਣ ਲੱਗਦਾ ਹੈ, ਤੁਸੀਂ ਇੱਕ ਲੈਗ ਤੇ ਕੰਮ ਕਰਦੇ। ਕਿੰਨੀ ਵਾਰ ਆ ਸਵਾਲ ਬਾਰ-ਬਾਰ ਪੁੱਛਿਆ ਜਾਂਦਾ ਹੈ ਕਿ ਅਗਰ ਇੱਕ ਲੈਗ ਤੇ ਕੰਮ ਕਰੋ ਤੇ ਕੀ ਪੈਸਾ ਆਂਦਾ ਹੈ। ਤੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਅਗਰ ਤੁਸੀਂ ਇੱਕ ਲੈਗ ਤੇ ਵੀ ਕੰਮ ਕਰਦੇ ਹੋ ਤਾਂ ਵੀ ਇੱਥੇ ਪੈਸਾ ਕਮਾ ਸਕਦੇ ਹੋ। ਇੱਕ ਲੈਗ ਤੇ ਵੀ ਕੰਮ ਕਰਦੇ ਹੋ ਤੇ ਤੁਸੀਂ ਪੈਸਾ ਕਮਾ ਸਕਦੇ ਹੋ। ਅਗਰ ਤੁਹਾਡਾ ਦੋਸਤ 10 ਲੱਖ ਕਮਾ ਰਿਹਾ ਹੈ ਤੇ ਤੁਹਾਨੂੰ ਸਿੱਧਾ 1 ਲੱਖ ਰੁਪਏ ਇਨਕਮ ਆਪਣੇ ਦੋਸਤ ਤੋਂ ਮਿਲੇਗੀ। ਅਗਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੂੰ ਤੇ ਤੁਸੀਂ ਆਪਣੀ ਆਈਡੀ 100 ਲੋਕਾਂ ਦੀ ਆਈਡੀ ਤੁਸੀਂ ਇੱਕ ਲੈਗ ਤੇ ਲਗਾਈ ਹੈ ਤੇ ਉਹ 100 ਲੋਕ 1 ਲੱਖ ਰੁਪਇਆ ਕਮਾ ਰਹੇ ਹੈ ਤੇ ਸੋਚੋ 1 ਲੱਖ ਦਾ 10% ਕਿੰਨਾ ਹੈ, 10,000 ਹੈ ਤੇ ਹਰ ਇੱਕ ਬੰਦੇ ਤੋਂ ਤੁਹਾਨੂੰ 10,000 ਮਿਲੇਗਾ ਤੇ ਤੁਹਾਡੀ ਸਿਰਫ ਫਲੈਗਸ਼ਿਪ ਬੋਨਸ 10 ਲੱਖ ਹੋ ਜਾਏਗੀ। ਤੇ ਲੀਡਰ ਤੁਸੀਂ ਸੋਚ ਸਕਦੇ ਹੋ ਇੱਕ ਲੈਗ ਤੋਂ ਵੀ ਤੁਸੀਂ ਕਿੰਨਾ ਜ਼ਿਆਦਾ ਪੈਸਾ ਕਮਾ ਸਕਦੇ ਹੋ, ਫਲੈਗਸ਼ਿਪ ਬੋਨਸ ਜਿਹਨੂੰ ਆਪਾਂ ਕਹਿੰਦੇ ਆ। ਅਗਰ ਮੈਂ ਤੁਹਾਨੂੰ ਕੰਪਨੀ ਦੇ ਆਫਰਸ ਦੀ ਗੱਲ ਕਰਾਂ ਤੇ ਕੰਪਨੀ ਤੁਹਾਡੇ ਲਈ ਲੈ ਕੇ ਆਈ ਹੈ ਕੰਸਿਸਟੈਂਸੀ ਆਫਰ, ਜਿੱਥੇ ਤੁਸੀਂ 2,500 ਦਾ ਸਮਾਨ 6 ਮਹੀਨੇ ਲੈਂਦੇ ਹੋ ਤੇ 7ਵੇਂ ਮਹੀਨੇ 2,500 ਦਾ ਸਮਾਨ ਤੁਹਾਨੂੰ ਫ੍ਰੀ ਮਿਲਦਾ ਹੈ। ਪਰ ਤੁਹਾਨੂੰ ਧਿਆਨ ਕੀ ਰੱਖਣਾ, ਧਿਆਨ ਆ ਰੱਖਣਾ ਕਿ 2,500 ਦਾ ਸਮਾਨ ਤੁਸੀਂ ਇੱਕ ਹੀ ਇਨਵਾਇਸ ਤੇ ਲਓ, ਇੱਕ ਹੀ ਬਿੱਲ ਤੇ ਤੁਹਾਨੂੰ ਲੈਣਾ ਹੈ, 1 ਤੋਂ 15 ਤਰੀਕ ਦੇ ਵਿੱਚ ਲੈਣਾ ਹੈ। ਪਰ ਤੁਹਾਨੂੰ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਰਾਈਸ ਬ੍ਰਾਂਡ ਆਇਲ ਨਹੀਂ ਹੋਣਾ ਚਾਹੀਦਾ ਹੈ। ਦੂਜਾ, ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਐਜੂਕੇਸ਼ਨ ਸਿਸਟਮ ਦੀ ਕਿ ਅਗਰ ਕੰਪਨੀ ਦਾ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੈ ਤੇ ਤੁਹਾਡੀ ਸਕਸੈਸ ਇੱਥੇ ਪੱਕੀ ਹੀ ਪੱਕੀ ਹੈ। ਤੇ ਕੰਪਨੀ ਤੁਹਾਡੇ ਵਾਸਤੇ 2 ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਂਦੀ ਹੈ। ਅਚੀਵਰ ਡਿਵੈਲਪਮੈਂਟ ਪ੍ਰੋਗਰਾਮ, ਜਿੱਥੇ ਤੁਹਾਡੀਆਂ 2 ਰਾਤਾਂ 2 ਦਿਨ 1 ਰਾਤਾਂ ਕੰਪਨੀ ਕਿਸੇ ਰਿਜ਼ੋਰਟ ਤੇ ਰੁਕਾਂਦੀ ਹੈ, ਸਾਰਾ ਖਰਚਾ ਖੁਦ ਉਠਾਉਂਦੀ ਹੈ ਤੇ ਤੁਹਾਡੀ ਟ੍ਰੇਨਿੰਗ ਫ੍ਰੀ ਹੁੰਦੀ ਹੈ। ਉਸੇ ਤਰ੍ਹਾਂ ਕੰਪਨੀ ਤੁਹਾਡੇ ਵਾਸਤੇ ਇੱਕ ਦੂਜੀ ਟ੍ਰੇਨਿੰਗ ਲੈ ਕੇ ਆਂਦੀ ਹੈ ਜਿਹਦਾ ਨਾਮ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਆਪਾਂ ਉਹਨੂੰ ਕਹਿੰਦੇ ਆ। ਤੇ ਉੱਥੇ ਤੁਹਾਡੇ 3 ਦਿਨ ਤੇ 2 ਰਾਤਾਂ ਤੁਹਾਨੂੰ ਬਾਹਰ ਰਿਜ਼ੋਰਟ ਤੇ ਕਿਸੇ ਅੱਛੇ ਹੋਟਲ ਤੇ ਤੁਹਾਨੂੰ ਰੁਕਾਇਆ ਜਾਂਦਾ ਹੈ, ਤੁਹਾਡੀ ਲਰਨਿੰਗ ਟ੍ਰੇਨਿੰਗ ਕੀਤੀ ਜਾਂਦੀ ਹੈ ਜਿਹਦਾ ਖਰਚਾ ਪੂਰੀ ਤਰ੍ਹਾਂ ਫ੍ਰੀ ਹੁੰਦਾ ਹੈ। ਆਓ ਤੁਸੀਂ ਜਾਣਦੇ ਆ ਕੰਪਨੀ ਤੁਹਾਡੇ ਵਾਸਤੇ ਟਾਈਮ ਟੂ ਟਾਈਮ ਇੰਟਰਨੈਸ਼ਨਲ ਟ੍ਰਿਪ ਵੀ ਲੈ ਕੇ ਆਂਦੀ ਹੈ ਆਫਰਸ ਦੇ ਰੂਪ ਤੇ। ਅਗਰ ਤੁਸੀਂ ਆਫਰ ਕੁਆਲੀਫਾਈ ਕਰਦੇ ਹੋ ਤੇ ਤੁਹਾਡਾ ਸਾਰਾ ਖਰਚਾ ਕੰਪਨੀ ਫ੍ਰੀ ਉਠਾਉਂਦੀ ਹੈ। ਤੇ ਇਸ ਤਰ੍ਹਾਂ ਕੰਪਨੀ ਤੁਹਾਡੇ ਵਾਸਤੇ ਆਫਰ ਲੈ ਕੇ ਆਂਦੀ। ਅਗਰ ਮੈਂ ਕਹਾਂ ਕਿ ਮੈਂ ਪੂਰਾ ਬਿਜ਼ਨਸ ਇੱਕ ਛੋਟਾ ਸਮਰੀ ਵਿੱਚ ਦੱਸਣਾ ਚਾਹਾਂ ਤੇ ਕੰਪਨੀ ਸਿਰਫ ਤੁਹਾਨੂੰ 50 ਹਜ਼ਾਰ ਲੈਫਟ ਰਾਈਟ ਬਿਜ਼ਨਸ ਵਾਲਿਊਮ ਮੇਨਟੇਨ ਕਰਨ ਤੇ ਕੰਪਨੀ ਆਪਣੀ ਸਾਰੀ ਇਨਕਮ ਤੁਹਾਨੂੰ ਦਿੰਦੀ ਹੈ। ਕੰਪਨੀ ਇਨਕਮ ਤੁਹਾਨੂੰ 2-3 ਸਲੈਬ ਤੇ ਦਿੰਦੀ ਹੈ। ਪਹਿਲਾ ਸਲੈਬ ਇਹਦਾ 2,500 ਦਾ ਹੈ ਜਿੱਥੇ ਕੰਪਨੀ 40% ਤੁਹਾਨੂੰ ਇਨਕਮ ਦੇ ਰਹੀ ਹੈ, ਐਕਟਿਵ ਬੋਨਸ ਦੇ ਰਹੀ ਹੈ, ਕੰਸਿਸਟੈਂਸੀ ਦੇ ਰਹੀ ਹੈ। ਦੂਜਾ ਸਲੈਬ 50 ਹਜ਼ਾਰ ਮੈਚ ਕਰਨ ਤੇ ਦੇ ਰਹੀ ਹੈ ਜਿਹਨੂੰ ਆਪਾਂ ਸੁਪਰ ਐਕਟਿਵ ਬੋਨਸ ਬੋਲਦੇ ਆ, ਕਾਰ ਫੰਡ ਬੋਲਦੇ ਆ ਤੇ ਹਾਊਸ ਫੰਡ ਬੋਲਦੇ ਆ। ਉੱਥੇ ਕੰਪਨੀ ਤੁਹਾਨੂੰ ਤੀਜੀ ਇਨਕਮ ਫਲੈਗਸ਼ਿਪ ਬੋਨਸ ਦੇ ਰਹੀ ਹੈ ਜੋ 10%। ਅਗਰ ਮੈਂ ਸਾਰਿਆਂ ਨੂੰ ਟੋਟਲ ਕਰਦਾ ਤੇ ਕੰਪਨੀ ਤੁਹਾਨੂੰ 77.5% ਡਿਸਟ੍ਰੀਬਿਊਸ਼ਨ ਕੰਪਨੀ ਤੁਹਾਨੂੰ ਦੇ ਰਹੀ ਹੈ। ਤੇ ਤੁਸੀਂ ਸੋਚ ਸਕਦੇ ਹੋ ਸਿਰਫ ਤੁਹਾਨੂੰ ਬਿਜ਼ਨਸ ਨੂੰ ਮੇਨਟੇਨ ਕਰਨਾ ਹੈ, ਵਧਾਣਾ ਵੀ ਨਹੀਂ ਹੈ। ਅਗਰ ਤੁਸੀਂ ਬਿਜ਼ਨਸ ਨੂੰ ਮੇਨਟੇਨ ਵੀ ਕਰਕੇ ਰੱਖਦੇ ਹੋ ਤਾਂ ਵੀ ਤੁਹਾਡਾ ਚੈੱਕ ਹਰ ਮਹੀਨੇ ਵੱਧ ਕੇ ਆਊਗਾ। ਆ ਇਸ ਪਲਾਨ ਦੀ ਖਾਸੀਅਤ ਹੈ। ਆਓ ਤੁਹਾਡੇ ਨਾਲ ਤੁਹਾਨੂੰ ਮੈਂ ਦੱਸਣਾ ਚਾਹਨੀ ਹੈ
ਅਗਰ ਤੁਸੀਂ 50,000 ਦੀ ਇਨਕਮ ਚਾਹੁੰਦੇ ਹੋ, ਦੇਖੋ ਲੀਡਰਸ, ਅਗਰ ਤੁਸੀਂ 50,000 ਦੀ ਕਿਸੇ ਟੀਮ ਨਾਲ ਆਂਦੇ ਹੋ ਤੇ 50,000 ਦੀ ਇਨਕਮ ਚਾਹੁੰਦੇ ਹੋ ਤੇ ਚੌਥੇ ਮਹੀਨੇ ਤੁਸੀਂ 50,000 ਦੀ ਇਨਕਮ 1.5 ਲੱਖ ਦੀ ਮੈਚਿੰਗ ਕਰਨ ਤੇ ਤੁਸੀਂ 50,000 ਦੀ ਇਨਕਮ ਲੈਂਦੇ ਹੋ। ਬਟ ਅਗਰ ਤੁਸੀਂ ਫਰੈਸ਼ਰ ਵੀ ਹੋ ਤੇ ਅਗਰ ਤੁਸੀਂ ਕੰਮ ਕਰ ਰਹੇ ਹੋ ਐਜ਼ ਅ ਫਰੈਸ਼ਰ ਵੀ ਤੁਸੀਂ 1 ਸਾਲ ਦੇ ਅੰਦਰ 50,000 ਦੀ ਇਨਕਮ ਲੈ ਸਕਦੇ ਹੋ। ਤੇ ਲੀਡਰ ਤੁਸੀਂ ਦੇਖ ਸਕਦੇ ਹੋ 50,000 ਦੀ ਇਨਕਮ ਕਿਸੇ ਦੀ ਡ੍ਰੀਮ ਇਨਕਮ ਵੀ ਹੋ ਸਕਦੀ, ਜੋ ਇੱਥੇ ਸਿਰਫ ਤੁਸੀਂ ਆਪਣੇ ਘਰ ਦੇ ਸਮਾਨ ਨੂੰ ਚੇਂਜ ਕਰਕੇ ਇਹ 7 ਤਰ੍ਹਾਂ ਦੀ ਇਨਕਮ ਲੈ ਸਕਦੇ ਹੋ। ਖੁਦ ਵੀ ਲੈ ਸਕਦੇ ਹੋ ਤੇ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਆ ਇਨਕਮ ਦਿਲਾ ਸਕਦੇ ਹੋ। ਤੇ ਲੀਡਰ ਸਾਡੇ ਕੋਲ ਜਿਹੜੇ ਪ੍ਰੋਡਕਟਸ ਆ ਉਹ ਅਗਰ ਗੱਲ ਕਰੀਏ ਵੈਲਿਊ ਫॉर ਮਨੀ ਹੈ, ਕਿਸ ਤਰ੍ਹਾਂ ਵੈਲਿਊ ਫॉर ਮਨੀ ਹੈ ਉਹ ਅੱਜ ਤੁਹਾਡੇ ਨਾਲ ਥੋੜੀ ਮੈਂ ਗੱਲ ਕਰਾਂਗੀ। ਤੇ ਤੁਸੀਂ ਦੇਖ ਰਹੇ ਹੋ ਅੱਜ ਤੱਕ ਲੋਕਾਂ ਦੇ ਦਿਮਾਗ ਤੇ ਸਿਰਫ ਇੰਨਾ ਸੀਗਾ ਕਿ ਕੰਪਨੀ ਜੋ ਪ੍ਰੋਡਕਟ ਸਾਡੇ ਵਾਸਤੇ ਲੈ ਕੇ ਆਂਦੀ ਹੈ ਡਾਇਰੈਕਟ ਸੈਲਿੰਗ ਤੇ ਉਹ ਪ੍ਰੋਡਕਟ ਬਹੁਤ ਹੀ ਮਹਿੰਗੇ ਹੁੰਦੇ ਆ। ਪਰ ਅੱਜ ਜੋ ਕੰਪਨੀ ਆਪਾਂ ਜਿਹਦੀ ਗੱਲ ਕਰ ਰਹੇ ਹਾਂ, ਜਿਹੜੀ ਕੰਪਨੀ ਤੇ ਮੈਂ ਆ, ਜਿਹੜੀ ਕੰਪਨੀ ਦਾ ਪਲਾਨ ਤੁਹਾਨੂੰ ਦਿਖਾ ਰਹੀ ਹਾਂ, ਓਕੇ ਲਾਈਫ ਕੇਅਰ, ਜੋ ਪ੍ਰੋਡਕਟ ਤੁਹਾਡੇ ਲਈ ਲੈ ਕੇ ਆਈ ਉਹ ਬਿਲਕੁਲ ਮਾਰਕੀਟ ਰੇਟ ਦੇ ਪ੍ਰੋਡਕਟ ਲੈ ਕੇ ਆਈ ਹੈ। ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਆ ਇਹੋ ਜਿਹੇ ਪ੍ਰੋਡਕਟ ਆ ਅਸਮ ਟੀ, ਬਾਥਿੰਗ ਬਾਰ, ਟੂਥਪੇਸਟ, ਸ਼ੈਂਪੂ, ਫੇਸ ਵਾਸ਼, ਡਿਟਰਜੈਂਟ, ਰਾਈਸ ਮਿਨਰਲ, ਸੈਨੇਟਰੀ ਪੈਡ, ਇਹੋ ਜਿਹੇ ਪ੍ਰੋਡਕਟ ਨੇ ਕਿ ਜਦੋਂ ਤੁਹਾਡੀ ਇਨਕਮ ਆਂਦੀ ਹੈ ਉਦੋਂ ਵੀ ਆਪ ਤੁਸੀਂ ਖਰਚ ਕਰਦੇ ਹੋ ਤੇ ਜਦੋਂ ਤੁਹਾਡੀ ਇਨਕਮ ਨਹੀਂ ਆਂਦੀ ਹੈ ਉਦੋਂ ਵੀ ਖਰਚ ਕਰਦੇ ਹੋ। ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡਿਫਰੈਂਸ ਓਕੇ ਲਾਈਫ ਕੇਅਰ ਦੇ ਪ੍ਰੋਡਕਟ ਤੇ ਹੈ। ਮਾਰਕੀਟ ਦੇ ਰੇਟ ਦੇ ਪ੍ਰੋਡਕਟ ਓਕੇ ਲਾਈਫ ਕੇਅਰ ਤੁਹਾਨੂੰ ਦੇ ਰਹੀ ਹੈ ਤੇ ਅਗਰ ਤੁਸੀਂ ਓਕੇ ਲਾਈਫ ਨੂੰ ਚੂਜ਼ ਕਰਦੇ ਹੋ ਤਾਂ ਤੁਸੀਂ ਮਾਰਕੀਟ ਦੇ ਰੇਟ ਦੇ ਪ੍ਰੋਡਕਟ ਵੀ ਲੈਂਦੇ ਹੋ ਤੇ ਉਸ ਦੇ ਨਾਲ ਨਾਲ ਤੁਹਾਨੂੰ 7 ਤਰ੍ਹਾਂ ਦੀ ਇਨਕਮ ਕਮਾਉਣ ਦਾ ਵੀ ਮੌਕਾ ਮਿਲਦਾ ਹੈ। ਅਗਰ ਮੈਂ ਗੱਲ ਕਰਾਂ ਤੇ ਕੰਪਨੀ ਤੁਹਾਡੇ ਲਈ ਆਯੁਰਵੈਦਿਕ ਪ੍ਰੋਡਕਟਸ ਲੈ ਕੇ ਆਈ ਹੈ ਤੁਹਾਨੂੰ ਹੈਲਦੀ ਰੱਖਣ ਲਈ। ਤੇ ਕੰਪਨੀ ਕੋ 24 ਤਰ੍ਹਾਂ ਦੇ ਪ੍ਰੋਡਕਟ ਹੈ ਜਿਹਦੇ ਵਿੱਚ 60 ਗੋਲੀਆਂ ਨੇ ਤੇ ਉਹ ਗੋਲੀਆਂ ਜਿਹੜੀਆਂ ਉਹਦੇ ਤੋਂ ਰਸ ਚੂਸ ਕੇ ਉਹਦੇ ਐਕਸਟ੍ਰੈਕਟ ਤੋਂ ਬਣਾਈਆਂ ਗਈਆਂ। ਤੇ ਅਗਰ ਰੇਟ ਦੀ ਗੱਲ ਕਰਾਂ ਸਿਰਫ 160 ਰੁਪਏ ਉਹਦਾ ਰੇਟ ਹੈ। ਅਗਰ एग्जांपल शिलाजीत केसर, आरोग्यवटी, गूगल, स्ट्रॉबेरी, नीम, तुलसी इस तरह ਦੇ ਆਯੁਰਵੈਦਿਕ ਪ੍ਰੋਡਕਟ ਕੰਪਨੀ ਲੈ ਕੇ ਆਈ ਹੈ ਤੁਹਾਡੇ ਵਾਸਤੇ ਜਿਹਨੂੰ ਤੁਸੀਂ ਇਸਤੇਮਾਲ ਕਰੋਗੇ ਤੇ ਉਸਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਏਗਾ। ਤੇ ਲੀਡਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੰਪਨੀ ਤੁਹਾਡੇ ਵਾਸਤੇ ਪ੍ਰੋਡਕਟਸ ਲੈ ਕੇ ਆਈ ਹੈ, ਹੈਲਥ ਦੇ ਸਪੈਸ਼ਲਾਈਜ਼ਡ ਕੈਟਾਗਰੀ ਪ੍ਰੋਡਕਟਸ ਲੈ ਕੇ ਆਈ ਹੈ। ਤੇ ਲੀਡਰਸ ਹੁਣ ਤੁਹਾਡੀ ਸਕਸੈਸ, ਮੈਂ ਤੁਹਾਡੀ ਸਕਸੈਸ ਤੇ ਕੀ ਹੈਲਪ ਕਰ ਸਕਦੀ ਹਾਂ ਉਹਦੀ ਆਪਾਂ ਗੱਲ ਕਰਾਂਗੇ। ਅੱਜ ਆਪਾਂ ਗੱਲ ਕਰ ਰਹੇ ਹਾਂ ਐਜੂਕੇਸ਼ਨ ਸਿਸਟਮ ਦੀ, ਕਿਉਂਕਿ ਐਜੂਕੇਸ਼ਨ ਦੇ ਬਿਨਾ ਤੁਸੀਂ ਕਿਸੇ ਵੀ ਫੀਲਡ ਤੇ ਸਕਸੈਸ ਨਹੀਂ ਹੋ ਸਕਦੇ। ਤੇ ਤੁਸੀਂ ਬੜੇ ਲੱਕੀ ਐਂਡ ਬਲੈਸਡ ਹੋ ਕਿ ਤੁਸੀਂ ਟੀਮ ਸਾਗਰ ਸਿਨਹਾ ਦਾ ਪਾਰਟ ਬਣਨ ਜਾ ਰਹੇ ਹੋ। ਤੇ ਅਗਰ ਸਾਗਰ ਸਿਨਹਾ ਦੀ ਗੱਲ ਕਰਾਂ ਤੇ ਸਾਗਰ ਸਿਨਹਾ ਨੂੰ MLM ਸੁਪਰ ਕੋਚ, ਨੈਟਵਰਕਿੰਗ ਦਾ ਸੁਪਰ ਕੋਚ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਸਕਸੈਸ ਨੂੰ ਇੰਨੀ ਤੇਜ਼ੀ ਨਾਲ ਅਚੀਵ ਕੀਤਾ ਹੈ ਕਿ ਇਹਨਾਂ ਦੀ ਟੀਮ ਨੂੰ ਮੋਸਟ ਐਡਵਾਂਸਡ ਹਾਈਟੈਕ ਤੇ ਡਿਜੀਟਲ ਟੀਮ ਕਹੀ ਜਾਂਦੀ ਹੈ ਸਾਗਰ ਸਿਨਹਾ। ਇੱਥੇ ਆਨਲਾਈਨ ਕਲਾਸਾਂ ਹੁੰਦੀਆਂ ਹੈ, ਤੁਹਾਨੂੰ ਲੀਡਰਸ਼ਿਪ ਦੀਆਂ ਕਲਾਸਾਂ ਤੇ ਤੁਹਾਡੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੀਆਂ ਕਲਾਸਾਂ ਤੁਹਾਡੇ ਵਾਸਤੇ ਪੂਰੀ ਤਰ੍ਹਾਂ ਫ੍ਰੀ ਹੁੰਦੀਆਂ ਨੇ। ਤੇ ਅਗਰ ਮੈਂ ਕੋਰਸ ਕਰਾਂ ਸਾਗਰ ਸਰ ਦੇ ਜਿਹੜੇ ਕੋਰਸ ਹੈ MLM ਮਾਸਟਰੀ ਕੋਰਸ, YouTube ਕੋਰਸ, ਸੋਸ਼ਲ ਮੀਡੀਆ ਕੋਰਸ, ਉਹਦੀ ਸਾਰੀ ਟ੍ਰੇਨਿੰਗ ਸਾਗਰ ਸਰ ਆਪਣੀ ਟੀਮ ਨੂੰ ਖੁਦ ਦਿੰਦੇ ਆ। ਤੇ MMP ਪ੍ਰੋਗਰਾਮ ਯਾਨੀ ਮਿਲੀਨੀਅਰ ਮੇਕੀ ਪ੍ਰੋਗਰਾਮ ਜੋ ਹੈ ਉਹਦੀ ਵੀ ਟ੍ਰੇਨਿੰਗ ਸਰ ਤੁਹਾਨੂੰ ਦੇਣਗੇ ਔਰ ਟੋਟਲੀ ਫ੍ਰੀ ਦੇਣਗੇ। ਜਦਕਿ ਇਹੀ ਟ੍ਰੇਨਿੰਗ ਸਰ ਦੂਜੀ ਟੀਮਾਂ ਨੂੰ ਜਦੋਂ ਦਿੰਦੇ ਆ ਤੇ ਉਹਦੇ ਚਾਰजेस ਲੈਂਦੇ ਨੇ। ਬਟ ਤੁਸੀਂ ਅਗਰ ਟੀਮ ਸਾਗਰ ਸਿਨਹਾ ਦਾ ਹਿੱਸਾ ਬਣਦੇ ਤਾਂ ਤੁਹਾਡੇ ਵਾਸਤੇ ਆ ਸਾਰੀ ਟ੍ਰੇਨਿੰਗ ਫ੍ਰੀ ਹੈ। ਸਾਗਰ ਸਿਨਹਾ ਦਾ ਆਪਣਾ ਐਪ ਹੈ ਜੋ ਤੁਹਾਨੂੰ ਟਾਈਮ ਟੂ ਟਾਈਮ ਸੈਲਫ ਮੈਨੇਜਡ ਐਪ ਹੈ, ਜਿੱਥੋਂ ਤੁਹਾਡੀ ਲਰਨਿੰਗ ਅਗਰ ਰਹਿ ਜਾਂਦੀ ਹੈ ਤੁਸੀਂ ਉਸ ਐਪ ਤੋਂ ਆਪਣੇ ਆਪ ਨੂੰ ਅਪਡੇਟ ਕਰ ਸਕਦੇ ਹੋ, ਉਹਦੀ ਲਰਨਿੰਗ ਲੈ ਸਕਦੇ ਹੋ, ਤੋਂ ਟ੍ਰੇਨਿੰਗ ਲੈ ਸਕਦੇ ਹੋ, ਜੋ ਜਿਹਦੇ ਨਾਲ ਤੁਹਾਡੀ ਗਰੋਥ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਹੋਏਗੀ। ਪੂਰੀ ਟੀਮ ਦੀ ਜਿਹੜੀ ਟ੍ਰੇਨਿੰਗ ਦੀ ਜ਼ਿੰਮੇਵਾਰੀ ਹੈ ਉਹ ਸਾਗਰ ਸਰ ਦੀ ਹੈ। ਇੱਥੇ ਤੁਸੀਂ ਜੁਆਇਨ ਨਹੀਂ ਹੁੰਦੇ, ਇੱਥੇ ਲਾਂਚ ਹੁੰਦੇ ਹੋ, ਯਾਨੀ ਤੁਹਾਨੂੰ ਲਾਂਚ ਕੀਤਾ ਜਾਂਦਾ ਹੈ ਅਗਰ ਤੁਸੀਂ ਸਾਗਰ ਸਿਨਹਾ ਦੀ ਟੀਮ ਤੇ ਜੁਆਇਨ ਹੁੰਦੇ ਹੋ। ਤਾਂ ਲੀਡਰ ਤੁਸੀਂ ਸੋਚ ਸਕਦੇ ਤੁਸੀਂ ਇਹੋ ਜਿਹੇ ਸਿਸਟਮ ਨੂੰ ਚੂਜ਼ ਕਰਨ ਜਾ ਰਹੇ, ਇਹੋ ਜਿਹੀ ਕੰਪਨੀ ਦਾ ਪਲਾਨ ਦੇਖ ਰਹੇ ਜਿਸ ਨੂੰ ਮੈਂ ਅੱਜ ਮਨੀ ਮੇਕਿੰਗ ਪਲਾਨ ਕਹਿੰਨੀ ਹੈ। ਤੇ ਥੈਂਕ ਯੂ ਸੋ ਮਚ ਲੀਡਰਸ। ਅਗਰ ਤੁਸੀਂ ਓਕੇ ਲਾਈਫ ਕੇਅਰ ਦਾ ਪਾਰਟ ਬਣਦੇ ਹੋ, ਟੀਮ ਸਾਗਰ ਸਿਨਹਾ ਦਾ ਪਾਰਟ ਬਣਦੇ ਹੋ ਤਾਂ ਡੈਫੀਨੇਟਲੀ ਇੱਕ ਬ੍ਰਾਈਟ ਫਿਊਚਰ ਤੁਹਾਡਾ ਵੇਟ ਕਰ ਰਿਹਾ ਹੈ। ਥੈਂਕ ਯੂ ਸੋ ਮਚ।